ਸਾਹਿਬ ਜੀ। ਚਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਸੁਕਾਉ ਟਲ ਗੁਰ ਸੇ ਅਹਨਸ ਸਹਜ ਸੁਭਾਅ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਸੰਬੰਧੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਚੰਤ ਮਹਲਾ ਚੌਥਾ, ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸੰਤ ਜਨੋ, ਗੁਣ ਗਾਵੈ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਐ, ਘਰ ਵਾਜੇ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਅਹਨਸ ਜਪੀ ਸਦਾ ਸਲਾਹੇ, ਸਾਚ ਸ਼ਬਦ ਲਿਵ ਲਾਈ। ਅੰਦਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿਦ ਪੂਜਾ। ਨਾਨਕ ਗੁਰਮੁਖ ਏਕ ਪਛਾਣੈ, ਆਵਰ ਨਾ ਜਾਣੈ ਦੂਜਾ। ਆਵੋ ਸੰਤ ਜਨੋ, ਗੁਣ ਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਇਹ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਦੇ ਕੀਰਤਨ ਨਿਤਨੇਮ ਆਪ ਸੰਗਤਾਂ ਨੇ ਸਰਵਣ ਕਰਕੇ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਬਣਾ ਲਿਆ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਹੀ ਛੰਤ ਮਹਲਾ ਚੌਥਾ ਘਰ ਤੀਜਾ। ਸੂਹੀ ਰਾਗ ਹੈ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ। ਮਹੱਲਾ ਨਾਮ ਸਰੂਪ ਦਾ ਹੈ। ਅੱਗੇ ਮਹਾਰਾਜ ਨੇ 4 ਅੰਕ ਪਾਇਆ ਹੈ। ਭਾਵ ਕਿ ਚੌਥਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ, ਗੁਰੂ ਰਾਮਦਾਸ ਮਹਾਰਾਜ ਨੇ। ਇਹ ਸ਼ਬਦ ਆਪਾਂ ਉਹਨਾਂ ਦਾ ਸਰਵਣ ਕਰ ਰਹੇ ਹਾਂ। ਸ਼ੰਤ ਇਹ ਬਾਣੀ ਦਾ ਨਾਮ ਹੈ ਅਤੇ ਤੀਜੇ ਘਰ ਦੇ ਅੰਦਰ ਜਿਸ ਵੇਲੇ ਰਾਗ ਨੂੰ ਪੜ੍ਹਨ ਵਾਲੇ ਰਾਗ ਗਵਈਏ ਰਾਗ ਨੂੰ ਗਾਉਂਦੇ ਨੇ, ਉਹਨਾਂ ਨੂੰ ਹੁਕਮ ਹੈ ਕਿ ਇਸ ਰਾਗ ਨੂੰ ਤੀਜੇ ਘਰ ਸੁਰ ਤਾਲ ਦੇ ਅੰਦਰ ਜੋ ਹੈ ਉਹ ਗਾਇਨ ਕਰਨਾ ਹੈ। ਐਸਾ ਸ਼ਬਦ ਮਹਾਰਾਜ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਬਖਸ਼ਿਸ਼ ਹੋਇਆ ਹੈ। ਕਹਿਣ ਲੱਗੇ ਓੰਕਾਰ ਪਰਮਾਤਮਾ ਨਿਰੰਕਾਰ ਪਰਮੇਸ਼ਰ ਇੱਕ ਹੈ। ਸੂਰਜ ਏਕੋ ਰੋਤਾ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰੁੱਤਾਂ ਬਦਲਦੀਆਂ ਨੇ, ਵੱਖ-ਵੱਖ ਰੁੱਤਾਂ ਆਉਂਦੀਆਂ ਨੇ, ਮੌਸਮ ਬਦਲਦਾ ਹੈ, ਪਰ ਗੁਰਮੁਖੋ ਰੁੱਤਾਂ ਦੇ ਬਦਲਣ ਦੇ ਨਾਲ ਜਾਂ ਮੌਸਮ ਦੇ ਬਦਲਣ ਦੇ ਨਾਲ ਕਦੇ ਸੂਰਜ ਨਹੀਂ ਬਦਲਦਾ ਹੈ। ਸੂਰਜ ਉਹੀ ਹੈ ਜਿਹੜਾ ਗਰਮੀ ਦੇ ਵਿੱਚ ਸੇਕ ਦਿੰਦਾ ਹੈ। ਸੂਰਜ ਉਹੀ ਹੈ ਜਿਹੜਾ ਪਤਝੜ ਦੇ ਵਿੱਚ ਵੀ ਹੈ। ਸੂਰਜ ਉਹੀ ਹੈ ਜਿਹੜਾ ਬਸੰਤ ਵਿੱਚ ਹੈ। ਸੂਰਜ ਉਹੀ ਹੈ ਜਿਹੜਾ ਸਿਆਲ ਦੇ ਵਿੱਚ, ਠੰਡ ਦੇ ਵਿੱਚ ਹੈ। ਪਰ ਰੁੱਤਾਂ ਬਦਲ ਗਈਆਂ। ਰੁੱਤਾਂ ਬਦਲਣ ਕਰਕੇ ਇਹ ਨਹੀਂ ਵੀ ਸੂਰਜ ਬਦਲ ਗਿਆ ਹੈ, ਕੋਈ ਨਵਾਂ ਸੂਰਜ ਆ ਗਿਆ, ਨਹੀਂ। ਸੂਰਜ ਉਹ ਹੀ ਹੈ, ਕੇਵਲ ਮੌਸਮ ਤੇ ਰੁੱਤ ਬਦਲੀ ਹੈ। ਇਸੇ ਤਰ੍ਹਾਂ ਪਰਮਾਤਮਾ ਇੱਕ ਹੀ ਹੈ, ਉਹਦੇ ਵਰਗਾ ਦੂਜਾ ਨਹੀਂ ਕੋਈ। ਦੁਨੀਆ ਦੇ ਲੋਕਾਂ ਨੇ ਉਹਦਾ ਨਾਮ ਵੱਖੋ ਵੱਖਰਾ ਰੱਖ ਲਿਆ ਹੈ। ਕੋਈ ਉਸ ਨੂੰ ਕੁਝ ਨਾਮ ਦੇ ਨਾਲ ਯਾਦ ਕਰਦਾ ਹੈ, ਕੋਈ ਉਸ ਨੂੰ ਕੁਝ ਨਾਮ ਦੇ ਨਾਲ ਯਾਦ ਕਰਦਾ ਹੈ, ਪਰ ਹੈ ਉਹ ਇੱਕ ਹੀ। ਜਿਵੇਂ ਆਪਾਂ ਸੰਸਾਰੀ ਉਦਾਹਰਨ ਲੈ ਲਈਏ, ਇੱਕ ਵਿਅਕਤੀ ਹੈ ਨਾ, ਕੋਈ ਬੱਚਾ ਉਸ ਨੂੰ ਆ ਕੇ ਮਾਮਾ ਕਹਿੰਦਾ ਹੈ, ਕੋਈ ਬੱਚਾ ਉਸ ਨੂੰ ਚਾਚਾ ਕਹਿੰਦਾ ਹੈ, ਕੋਈ ਦਾਦਾ ਵੀ ਕਹਿ ਦਿੰਦਾ ਹੈ। ਹੁਣ ਵਿਅਕਤੀ ਇੱਕੋ ਹੀ ਹੈ, ਪਰ ਵੱਖ-ਵੱਖ ਉਹਦੇ ਨਾਮ ਨੇ। ਕੋਈ ਕਿਸੇ ਰਿਸ਼ਤੇਦਾਰੀ ਦੇ ਨਾਲ, ਕੋਈ ਕਿਸੇ ਰਿਸ਼ਤੇਦਾਰੀ ਦੇ ਨਾਲ ਉਸ ਨੂੰ ਮਿਲਦਾ ਜਾਂ ਬੁਲਾਉਂਦਾ ਹੈ। ਪਰਮਾਤਮਾ ਇੱਕ ਹੀ ਹੈ, ਉਹਦੇ ਨਾਮ ਜ਼ਰੂਰ ਵੱਖੋ ਵੱਖਰੇ ਦੁਨੀਆ ਨੇ ਰੱਖ ਲੈ ਕਿ ਜਿਵੇਂ ਦੇ ਉਹ ਕੰਮ ਕਰਦਾ ਹੈ ਉਵੇਂ ਦਾ ਨਾਮ ਪੈ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਓੰਕਾਰ। ਓੰਕਾਰ ਪਰਮਾਤਮਾ ਦਾ ਹੀ ਇੱਕ ਨਾਮ ਹੈ। ਹੁਣ ਇੱਥੇ ਬਚਨ ਸਮਝਣ ਵਾਲਾ ਇਹ ਹੈ ਕਿ ਪਰਮਾਤਮਾ ਦਾ ਨਾਮ ਇੱਕ ਨਹੀਂ ਹੈ, ਉਹਦੇ ਨਾਮ ਕਈ ਰੱਖੇ ਦੁਨੀਆ ਨੇ। ਕੋਈ ਮਾਧੋ ਆਖਦਾ ਹੈ, ਕੋਈ ਮਧੂਸੂਦਨ ਆਖਦਾ ਹੈ, ਕੋਈ ਰਾਮ ਆਖਦਾ ਹੈ, ਕੋਈ ਖੁਦਾ ਆਖਦਾ ਹੈ, ਪਰ ਹੈ ਇੱਕ। ਉਸ ਇੱਕ ਦੀ ਪ੍ਰਾਪਤੀ ਜੇ ਤੂੰ ਕਰਨੀ ਚਾਹੁੰਦਾ ਹੈ ਤੇ ਫਿਰ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ, ਗੁਰੂ ਦੀ ਖੁਸ਼ੀ ਲੈਣੀ ਪਵੇਗੀ, ਤਾਂ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਆਵੋ ਸੰਤ ਜਨੋ ਗੁਣ ਗਾਵੈ ਗੋਵਿੰਦ ਕੇਰੇ ਰਾਮ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਆਵੋ ਸੰਤ ਜਨੋ, ਐ ਸੰਤ ਜਨੋ, ਐ ਸਾਧੂ, ਐ ਮਹਾਤਮਾ, ਐ ਨਾਮ ਜਪਣ ਵਾਲੇ ਗੁਰਮੁਖੋ, ਆਓ
ਆਓ ਆਪਾਂ ਮਿਲ ਕੇ ਬੈਠੀਏ। ਮਿਲ ਕੇ ਬੈਠ ਕੇ ਕੀ ਕਰੀਏ? ਆਪਾਂ ਜਦੋਂ ਸੰਸਾਰੀ ਲੋਕ ਬੈਠਾਂਗੇ ਨਾ, ਮੰਨ ਲਓ ਕਿਸੇ ਭੋਗ 'ਤੇ ਗਏ ਆ, ਕਿਸੇ ਪਾਰਟੀ 'ਤੇ ਗਏ, 4 ਜਣੇ ਆਪਾਂ ਬੈਠਾਂਗੇ ਰਲ ਕੇ ਆਪਸ ਵਿੱਚ, ਅਸੀਂ ਦੁਨਿਆਵੀ ਗੱਲਾਂ ਕਰਾਂਗੇ, ਸੰਸਾਰੀ ਗੱਲਾਂ, ਪਰਿਵਾਰ ਦੀਆਂ ਗੱਲਾਂ, ਜ਼ਮੀਨ ਜਾਇਦਾਦ ਦੀਆਂ ਗੱਲਾਂ। ਪਰ 4 ਵਿਅਕਤੀ ਜਦੋਂ ਕਿਤੇ ਇਕੱਠੇ ਹੋਣਗੇ, ਉਹ ਰੱਬ ਦੀ ਗੱਲ ਬਹੁਤ ਘੱਟ ਹੋਵੇਗੀ ਨਹੀਂ। ਪਰ ਜਦੋਂ ਕਿਤੇ 4 ਸੰਤ ਬੈਠ ਜਾਂਦੇ ਨਾ, ਸਾਧੂ ਬੈਠ ਜਾਂਦੇ, ਉਹ ਦੁਨਿਆਵੀ ਗੱਲ ਨਹੀਂ ਕਰਦੇ ਹਨ। ਉਹ ਜਦੋਂ ਮਿਲ ਕੇ ਬੈਠਦੇ ਨੇ, ਉਦੋਂ ਰੱਬ ਦੀ ਗੱਲ ਕਰਦੇ, ਬਾਣੀ ਦੀ ਗੱਲ ਕਰਦੇ, ਨਾਮ ਦੀ ਗੱਲ ਕਰਦੇ। ਆਵੋ ਸੰਤ ਜਨੋ, ਐ ਸਾਧੂ ਜਨੋ, ਐ ਗੁਰਮੁਖੋ, ਆਓ ਆਪਾਂ ਮਿਲ ਕੇ ਕੀ ਕਰੀਏ? ਗੁਣ ਗੋਬਿੰਦ ਗੋਬਿੰਦ, ਗੁਣ ਗਾਵੈ ਗੋਬਿੰਦ ਕੇਰੇ ਰਾਮ। ਜੋ ਗੋਬਿੰਦ ਹੈ ਨਾ ਪਰਮਾਤਮਾ, ਉਹਦੇ ਗੁਣ ਗਾਈਏ ਮਿਲ ਕੇ ਬੈਠ ਕੇ, ਤਾਂ ਕਿ ਤੁਹਾਡਾ ਵੀ ਸਮਾਂ ਸਫਲਾ, ਸਾਡਾ ਵੀ ਸਮਾਂ ਸਫਲਾ। ਜਿਹੜੀਆਂ ਅਸੀਂ ਦੁਨਿਆਵੀ ਗੱਲਾਂ ਕਰਨੀਆਂ, ਆਪਣਾ ਸਮਾਂ ਵੀ ਬਰਬਾਦ ਤੇ ਅਗਲੇ ਦਾ ਵੀ ਬਰਬਾਦ ਕਰ ਦਿੱਤਾ। ਪਰ ਜਿੱਥੇ ਨਾਮ ਜਪਿਆ ਜਾਏਗਾ, ਰੱਬ ਦੀ ਗੱਲ ਹੋਵੇਗੀ, ਆਪਣਾ ਸਮਾਂ ਵੀ ਸਫਲਾ ਹੈ। ਜਿਹੜਾ ਸਾਡੀ ਸੰਗਤ ਵਿੱਚ ਬੈਠਾ, ਉਹਦਾ ਸਮਾਂ ਵੀ ਸਫਲਾ ਹੋ ਗਿਆ। ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਉਹ ਜਿਹੜਾ ਰਮਿਆ ਹੋਇਆ ਰਾਮ ਹੈ ਨਾ ਪਰਮਾਤਮਾ, ਆਓ ਭਾਈ ਉਹਦੇ ਮਿਲ ਕੇ ਆਪਾਂ ਸਾਰੇ ਜਾਣੇ ਗੁਣ ਗਾਉਣਾ ਕਰੀਏ। ਗੁਰਮੁਖ ਮਿਲ ਰਹੀਐ। ਪਰ ਬਚਨ ਇਹ ਹੈ ਵੀ ਉਹ ਗੋਬਿੰਦ ਦੇ ਗੁਣ ਤਾਂ ਗਾਏ ਜਾਣਗੇ ਜੇ ਆਪਾਂ ਕਿਸੇ ਮੁਖੀ ਗੁਰੂ ਨੂੰ ਪ੍ਰਾਪਤ ਹੋਵਾਂਗੇ। ਗੁਰਮੁਖੋ, ਸੰਸਾਰ ਰੱਬ ਨੇ ਬਣਾਇਆ ਹੀ ਇਸ ਤਰ੍ਹਾਂ ਦਾ ਹੈ, ਜਿੱਥੇ ਕੋਈ ਅਸਲੀ ਵਸਤੂ ਹੈ, ਉੱਥੇ ਨਾਲ ਰੱਬ ਨੇ ਨਕਲੀ ਵੀ ਬਣਾਈ ਹੈ। ਜੇ ਸੱਚ ਪੈਦਾ ਕੀਤਾ ਤੇ ਨਾਲ ਝੂਠ ਵੀ ਹੈ, ਜੇ ਵਿਸ਼ਵਾਸ ਪੈਦਾ ਕੀਤਾ ਤੇ ਨਾਲ ਧੋਖਾ ਵੀ ਹੈ। ਇਸੇ ਤਰ੍ਹਾਂ ਜੇ ਅਸਲੀ ਗੁਰੂ ਬਣਿਆ ਹੈ ਦੁਨੀਆ ਦੇ ਵਿੱਚ, ਉਹਦੇ ਨਾਲ ਗੁਰਮੁਖੋ ਨਕਲੀ ਗੁਰੂ ਵੀ ਹੈ। ਨਕਲੀ ਗੁਰੂ ਦੀ ਚਮਕ ਦਮਕ ਜ਼ਿਆਦਾ ਹੈ, ਉਹਦਾ ਪਖੰਡ ਜ਼ਿਆਦਾ ਹੈ। ਨਕਲੀ ਗੁਰੂ ਦਾ ਵਿਖਾਵਾ ਜ਼ਿਆਦਾ ਹੈ, ਅਸਲੀ ਗੁਰੂ ਦਾ ਵਿਖਾਵਾ ਨਹੀਂ ਹੈ। ਇਸ ਕਰਕੇ ਅਸੀਂ ਵਿਖਾਵਾ ਵੇਖ ਕੇ ਨਕਲੀ ਗੁਰੂ ਕੋਲ ਫਸ ਜਾਈਦਾ ਹੈ। ਇੱਕ ਤੇ ਸਾਡੀ 10 ਨੋਹਾਂ ਦੀ ਉਹ ਮਿਹਨਤ ਲੈ ਗਿਆ, ਦੂਜਾ ਸਾਡਾ ਉਹ ਸਮਾਂ ਬਰਬਾਦ ਕਰ ਗਿਆ ਜਿਹੜਾ ਵਾਪਸ ਨਹੀਂ ਆਵੇਗਾ। ਇਸ ਕਰਕੇ ਬਚਨ ਆ, ਗੁਰਮੁਖ ਮਿਲ ਰਹੀ ਹੈ, ਮੁਖੀ ਗੁਰਾਂ ਦੇ ਨਾਲ ਮਿਲੀਏ, ਜਿਹੜਾ ਗੁਰੂ ਅਸਲੀ ਹੈ। ਨਕਲੀ ਤੇ ਬਹੁਤ ਨੇ ਦੁਨੀਆ ਵਿੱਚ, ਨਾਮ ਵੀ ਰਖਵਾ ਲੈਂਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਗਏ ਨਾ ਦਿੱਲੀ ਦੀ ਧਰਤੀ ਤੇ, ਵਾਹਿਗੁਰੂ ਜੀ ਕਾਂਸ਼ੀ ਦੀ ਧਰਤੀ ਤੇ ਮਹਾਰਾਜ ਗਏ। ਇੱਥੇ ਇੱਕ ਬਹੁਤ ਵੱਡਾ ਪੰਡਤ ਵਿਦਵਾਨ, ਉਹਨੇ ਨਾਮ ਹੀ ਆਪਣਾ ਰੱਖ ਲਿਆ, ਮੇਰਾ ਨਾਮ ਹੈ ਗੁਰੂ ਨਾਨਕ। ਉਹਨੇ ਕੋਈ ਗ੍ਰੰਥ ਪੜ੍ਹਿਆ ਹੋਇਆ, ਗ੍ਰੰਥ ਵਿੱਚ ਲਿਖਿਆ ਸੀ ਵੀ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਆਉਣਾ ਹੈ। ਉਹਨੇ ਸੋਚਿਆ ਵੀ ਮੈਂ ਗ੍ਰੰਥ ਪੜ੍ਹਿਆ, ਆਮ ਲੋਕਾਂ ਨੂੰ ਕੀ ਪਤਾ। ਇਹਨੇ ਨਾਮ ਹੀ ਆਪਣਾ ਬਦਲ ਲਿਆ, ਨਾਮ ਰੱਖ ਲਿਆ ਮੈਂ ਹਾਂ ਗੁਰੂ ਨਾਨਕ। ਲੋਕਾਂ ਨੂੰ ਵਿਖਾਉਂਦਾ ਹੈ, ਆਹ ਵੇਖੋ ਗ੍ਰੰਥ ਵਿੱਚ ਲਿਖਿਆ ਮੇਰਾ ਨਾਮ। ਜਿਹੜਾ ਅਵਤਾਰ ਕਲਯੁਗ ਦੇ ਵਿੱਚ ਹੋਣਾ, ਉਹ ਮੈਂ ਹੀ ਹੋ ਚੁੱਕਾ ਹਾਂ, ਮੈਂ ਹੀ ਹਾਂ, ਆਓ ਮੈਨੂੰ ਮੱਥਾ ਟੇਕੋ। ਲੋਕ ਮੰਨਣ ਲੱਗ ਪਏ, ਪੂਜਾ ਹੋਣ ਲੱਗ ਪਈ। ਪਰ ਜਦੋਂ ਅਸਲੀ ਗੁਰੂ ਨਾਨਕ ਦੇਵ ਮਹਾਰਾਜ ਗਏ ਨਾ ਸਮਾਂ ਪਾ ਕੇ, ਸੁੱਕੇ ਹੋਏ ਬਾਗ ਵਿੱਚ ਮਹਾਰਾਜ ਨੇ ਚਰਨ ਪਾਏ ਤੇ ਚਰਨ ਪਾਉਂਦਿਆਂ ਬਾਗ ਹਰਿਆ ਹੋ ਗਿਆ। ਲੋਕਾਂ ਨੇ ਜਾਣਿਆ ਕੋਈ ਵੱਡਾ ਮਹਾਤਮਾ ਹੈ। ਲੋਕ ਦੌੜ ਕੇ ਆਏ ਮੱਥਾ ਟੇਕਣ ਵਾਸਤੇ, ਕੋਲ ਬੈਠ ਗਏ। ਪੁੱਛਿਆ ਜੀ ਤੁਸੀਂ ਕੌਣ ਹੋ? ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ। ਲੋਕ ਕਹਿੰਦੇ ਮਹਾਰਾਜ ਗੁਰੂ ਨਾਨਕ ਤੇ ਸਾਡੇ ਵੀ ਇੱਥੇ ਇੱਕ ਰਹਿੰਦਾ ਹੈ। ਉਹ ਕਹਿੰਦਾ ਮੈਂ ਗੁਰੂ ਨਾਨਕ ਹਾਂ। ਲੋਕਾਂ ਨੇ ਜਾ ਕੇ ਉਸ ਨੂੰ ਪੁੱਛਿਆ, ਕਹਿਣ ਲੱਗੇ ਤੂੰ ਆਪਣੇ ਆਪ ਨੂੰ ਵੀ ਗੁਰੂ ਨਾਨਕ ਆਖਦਾ? ਇੱਕ ਮਹਾਤਮਾ ਬਾਹਰ ਬਾਗ ਵਿੱਚ ਬੈਠੇ ਨੇ, ਬਾਗ ਹਰਿਆ ਕਰ ਦਿੱਤਾ, ਬੜੀ ਉਹਨਾਂ ਤੇ ਬਖਸ਼ਿਸ਼ ਹੈ, ਉਹ ਵੀ ਆਪਣੇ ਆਪ ਨੂੰ ਗੁਰੂ ਨਾਨਕ ਆਖਦੇ। ਜਦੋਂ ਇਹ ਗੱਲ ਸੁਣੀ ਨਾ ਝੂਠੇ ਗੁਰੂ ਨੇ, ਉਹ ਦੌੜ ਪਿਆ ਘਰੋਂ, ਕਹਿਣ ਲੱਗਾ ਕਿਹੜਾ ਹੈ? ਚਲੋ ਮੈਂ ਚੱਲ ਕੇ ਵੇਖਦਾ। ਅਸਲੀ ਗੁਰੂ ਨਾਨਕ ਸਾਹਿਬ ਤੇ ਉੱਥੇ ਹੀ ਬੈਠੇ। ਉਹਨਾਂ ਨੇ ਨਹੀਂ ਆਖਿਆ ਵੀ ਨਕਲੀ ਕਿਹੜਾ, ਅਸੀਂ ਗੱਲਬਾਤ ਕਰਾਂਗੇ, ਪੁੱਛਾਂਗੇ। ਪਰ ਨਕਲੀ ਨੂੰ ਗੁੱਸਾ ਆਇਆ ਵੀ ਐਸਾ ਕਿਹੜਾ ਹੈ ਜਿਹੜਾ ਮੇਰੀ ਰੋਜੀ ਰੋਟੀ ਬੰਦ ਕਰਨ ਆ ਗਿਆ। ਸਤਿਗੁਰਾਂ ਦੇ ਨਾਲ ਆ ਕੇ ਬੜਾ ਝਗੜਾ ਕੀਤਾ। ਲੋਕਾਂ ਵਿੱਚ ਸਿੱਧ ਕਰਨਾ ਚਾਹੁੰਦਾ ਕਿ ਮੈਂ ਅਸਲੀ ਹਾਂ। ਝਗੜਾ ਕਰਦਿਆਂ ਕਰਦਿਆਂ
ਫਿਰ ਜਦੋਂ ਬੰਦੇ ਕੋਲ ਜਿਹੜਾ ਗੁਣ ਹੋਵੇ ਨਾ, ਬੰਦਾ ਉਸ ਗੁਣ ਦੀ ਤਾਕਤ ਵਿਖਾਉਂਦਾ ਹੈ ਵੀ ਮੇਰੇ ਕੋਲ ਆਹ ਗੁਣ ਹੈ, ਹੁਣ ਮੈਂ ਇਹਦਾ ਜ਼ੋਰ ਵਰਤਾਂ ਤੇ ਮੈਂ ਦੂਜੇ ਤੇ ਭਾਰੀ ਪੈ ਜਾਵਾਂ। ਦੂਜੇ ਨੂੰ ਪਤਾ ਲੱਗੇ ਵੀ ਇਹ ਬੰਦਾ ਇਸ ਗੁਣ ਨੂੰ ਰੱਖਦਾ ਹੈ। ਜਿਵੇਂ ਦੋ ਵਿਅਕਤੀ ਲੜ ਪਏ ਨਾ ਆਪਸ ਵਿੱਚ, ਹੁਣ ਲੜਦੇ ਪਏ ਨੇ, ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਪਏ, ਉਹਦੇ ਵਿੱਚੋਂ ਇੱਕ ਵੱਧ ਪੜ੍ਹਿਆ ਹੈ, ਉਹ ਵੱਧ ਪੜ੍ਹਿਆ ਫਿਰ ਆਪਣੀ ਪੜ੍ਹਾਈ ਦਾ ਰੋਹ ਪਾਏਗਾ, ਦਬਾਅ ਬਣਾਏਗਾ ਵੀ ਮੈਂ ਇੰਨਾ ਪੜ੍ਹਿਆ ਹਾਂ, ਆਪਣੀ ਭਾਸ਼ਾ ਵੀ ਬਦਲ ਲਵੇਗਾ, ਦੂਜੀ ਭਾਸ਼ਾ ਵਿੱਚ ਗਾਲ ਮੰਦਾ ਦੇਵੇਗਾ। ਉਹਨੂੰ ਪੰਡਤ ਪ੍ਰਭਾਵ ਪਾਉਣਾ ਚਾਹੁੰਦਾ। ਮਹਾਰਾਜ ਦੇ ਉੱਪਰ ਕਹਿਣ ਲੱਗਾ ਜੀ ਤੁਹਾਨੂੰ ਫਲਾਣਾ ਗ੍ਰੰਥ ਆਉਂਦਾ, ਫਲਾਣਾ ਸ਼ਾਸਤਰ ਆਉਂਦਾ ਪੜ੍ਹਨਾ। ਹੁਣ ਪੰਡਤ ਦੇ ਮਨ ਵਿੱਚ ਇਹ ਹੈ ਵੀ ਇਹ ਤੇ ਇੱਕ ਸਾਧੂ ਹੈ, ਪਿੰਡਾਂ ਵਿੱਚ ਤੁਰੇ ਫਿਰਦੇ, ਇਹਨਾਂ ਨੂੰ ਕਿਹੜਾ ਗ੍ਰੰਥ ਬਾਰੇ ਪਤਾ ਹੈ। ਜਦੋਂ ਮੈਂ ਗ੍ਰੰਥ ਦਾ ਨਾਂ ਲਵਾਂਗਾ ਇਹਨਾਂ ਨੇ ਆਖਣਾ ਵੀ ਸਾਨੂੰ ਨਹੀਂ ਆਉਂਦਾ, ਤੇ ਮੈਂ ਲੋਕਾਂ ਵਿੱਚ ਇਹਦੇ ਉੱਤੇ ਭਾਰੀ ਪੈ ਜਾਵਾਂਗਾ। ਲੋਕੀ ਆਖਣਗੇ ਵੀ ਨਹੀਂ, ਇਹ ਜਿਹਨੂੰ ਗ੍ਰੰਥ ਪੜ੍ਹਨਾ ਆਉਂਦਾ ਹੈ ਨਾ ਉਹੀ ਅਸਲੀ ਤੇ ਸੱਚਾ ਹੈ, ਜਿਹਨੂੰ ਨਹੀਂ ਪੜ੍ਹਨਾ ਆਉਂਦਾ ਉਹ ਤੇ ਐਵੇਂ ਕੱਚਾ ਹੀ ਹੈ। ਇਹ ਪੰਡਤ ਸਾਰਿਆਂ ਦੇ ਸਾਹਮਣੇ ਕਹੀ ਜਾਵੇ ਵਾਰ-ਵਾਰ, ਤੁਸੀਂ ਆਹ ਗ੍ਰੰਥ ਦੇ ਮੇਰੇ ਨਾਲ ਵਿਚਾਰ ਕਰੋ, ਤੁਸੀਂ ਆਹ ਗ੍ਰੰਥ ਦੀ ਮੇਰੇ ਨਾਲ ਵਿਚਾਰ ਕਰੋ, ਭਾਵ ਕਿ ਮੈਂ ਪੜ੍ਹਾਈ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਅੱਗੇ ਹਾਂ, ਤੁਹਾਡੇ ਤੇ ਭਾਰੀ ਹਾਂ। ਜਦੋਂ ਵਾਰ-ਵਾਰ ਇਹਨੇ ਇਹ ਗੱਲ ਕਹੀ ਨਾ, ਤੇ ਮਹਾਰਾਜ ਉੱਠ ਕੇ ਤੁਰਨ ਲੱਗੇ। ਥੋੜ੍ਹਾ ਜਿਹਾ ਤੁਰੇ, ਮਗਰ ਫਿਰ ਦੌੜ ਕੇ ਆ ਗਿਆ, ਲੋਕਾਂ ਨੂੰ ਇਕੱਠੇ ਕਰ ਲਿਆਇਆ। ਵੇਖੋ ਇਹ ਭੱਜਿਆ ਜਾਂਦਾ ਹੈ, ਮੇਰੇ ਨਾਲ ਵੇਖੋ ਗ੍ਰੰਥ ਨਹੀਂ ਪੜ੍ਹਦਾ ਬੈਠ ਕੇ। ਜਦੋਂ ਵਾਰੀ-ਵਾਰੀ ਕਹੀ ਜਾ ਰਿਹਾ, ਉੱਥੇ ਕੁੱਤਾ ਮਰਿਆ ਹੋਇਆ। ਮਹਾਰਾਜ ਨੇ ਕੁੱਤੇ ਵੱਲ ਵੇਖਿਆ, ਕਹਿਣ ਲੱਗੇ ਉੱਠ ਕੁੱਤੇ, ਤੇਰਾ ਜਾਤ ਭਾਈ ਆਇਆ, ਇਹਦੇ ਨਾਲ ਚਰਚਾ ਕਰ। ਜਦੋਂ ਇਹ ਗੱਲ ਕਹੀ ਤੇ ਉਹ ਕੁੱਤਾ ਉੱਠ ਕੇ ਬੈਠ ਗਿਆ, ਮਰਿਆ ਹੋਇਆ ਕੁੱਤਾ ਉੱਠ ਕੇ ਬੈਠ ਗਿਆ। ਪੰਡਤ ਨੂੰ ਬੜਾ ਗੁੱਸਾ ਲੱਗਾ, ਮੈਂ ਪੰਡਤ, ਮੈਂ ਵਿਦਵਾਨ, ਮੇਰੀ ਉੱਚੀ ਕੁੱਲ, ਮੈਂ ਦਿਹਾੜੀ 'ਚ ਇੰਨੀ ਵਾਰੀ ਨਹਾਉਂਦਾ ਧੋਂਦਾ, ਇੰਨਾ ਮੈਂ ਜੋ ਵੀ ਹੈ ਧਰਮ ਦਾ ਸਾਰੇ ਕਰਮ ਮੈਂ ਕਰਦਾ, ਮਹਾਰਾਜ ਨੇ ਮੈਨੂੰ ਕੁੱਤੇ ਨਾਲ ਰਲਾ ਦਿੱਤਾ ਹੈ। ਉਹ ਗੁੱਸਾ ਤੇ ਉਹਦੇ ਮਨ ਵਿੱਚ ਪਹਿਲਾਂ ਹੀ ਹੈ ਵੀ ਮੇਰੀ ਦੁਕਾਨ ਬੰਦ ਹੋਣ ਲੱਗੀ ਹੈ, ਮੇਰਾ ਪਖੰਡ ਹੁਣ ਦੁਨੀਆ ਨੂੰ ਪਤਾ ਲੱਗਣ ਲੱਗਾ। ਭਾਵੇਂ ਕਿ ਉਹ ਦੁਨੀਆ ਵਿੱਚ ਸੱਚਾ ਬਣਿਆ ਹੋਇਆ, ਪਰ ਅੰਦਰ ਤੇ ਜਾਣਦਾ ਪਿਆ ਨਾ ਵੀ ਮੈਂ ਝੂਠਾ ਹਾਂ, ਮੈਂ ਨਕਲੀ ਹਾਂ। ਜਦੋਂ ਕੁੱਤੇ ਦਾ ਨਾਮ ਲਿਆ ਉਹਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ, ਕਹਿਣ ਲੱਗਾ ਤੁਸੀਂ ਮੇਰੀ ਤੋਹੀਨ ਕੀਤੀ ਹੈ, 4 ਵੇਦ ਪੜ੍ਹੇ ਹੋਏ ਪੰਡਤ ਨੂੰ ਤੁਸੀਂ ਕੁੱਤਾ ਕਿਹਾ ਹੈ, ਕੁੱਤੇ ਦੇ ਨਾਲ ਰਲਾ ਦਿੱਤਾ, ਮਿਲਾ ਦਿੱਤਾ। ਸਤਿਗੁਰੂ ਕਹਿਣ ਲੱਗੇ ਮਿਲਾਇਆ ਨਹੀਂ, ਇਹ ਤੈਨੂੰ ਆਪੇ ਹੀ ਦੱਸੇਗਾ। ਤੇ ਫਿਰ ਕਹਿਣ ਲੱਗੇ ਉਸ ਕੁੱਤੇ ਦੀ ਆਤਮਾ ਨੇ ਉਹਨੂੰ ਦੱਸਿਆ, ਕਹਿਣ ਲੱਗੇ ਨਾ ਲੜ ਇਹਨਾਂ ਦੇ ਨਾਲ, ਸਾਧੂਆਂ ਨਾਲ ਨਹੀਂ ਲੜੀਦਾ ਹੈ। ਜਿਵੇਂ ਤੂੰ ਲੜਦਾ ਪਿਆ, ਪਿਛਲੇ ਜਨਮ ਦੇ ਵਿੱਚ ਮੈਂ ਵੀ ਲੜਿਆ ਹਾਂ। ਕੋਈ ਸਾਧੂ ਆਏ ਸਨ, ਉਹ ਬੜੇ ਬੰਦਗੀ ਵਾਲੇ ਸਨ, ਨਾਮ ਜਪਣ ਵਾਲੇ ਬੈਠੇ ਸਨ, ਮੈਂ ਵੀ ਤੇਰੇ ਵਾਂਗੂ ਗ੍ਰੰਥ ਪੜ੍ਹਿਆ ਸੀ ਬੜੇ ਜ਼ਿਆਦੇ। ਮੈਂ ਜਾ ਕੇ ਉਹਨਾਂ ਸਾਧੂਆਂ ਨੂੰ ਆਖਿਆ ਵੀ ਮੇਰੇ ਨਾਲ ਚਰਚਾ ਕਰੋ, ਤੇ ਸਾਧੂ ਸਨ ਬੜੇ ਭੋਲੇ, ਉਹਨਾਂ ਨੇ ਆਖਿਆ ਵੀ ਭਾਈ ਮੈਂ ਤੇ ਗ੍ਰੰਥ ਹੀ ਨਹੀਂ ਪੜ੍ਹਿਆ। ਸਾਧੂ ਨੇ ਸਿੱਧਾ ਹੀ ਕਹਿ ਦਿੱਤਾ ਵੀ ਮੈਂ ਨਹੀਂ ਗ੍ਰੰਥ ਪੜ੍ਹਿਆ, ਮੈਨੂੰ ਨਹੀਂ ਗ੍ਰੰਥ ਪੜ੍ਹਨਾ ਆਉਂਦਾ, ਨਾ ਮੈਨੂੰ ਵਿਚਾਰ ਕਰਨੀ ਆਉਂਦੀ, ਮੈਂ ਤੇ ਰੱਬ ਦਾ ਨਾਮ ਲੈਣਾ ਜਾਣਦਾ, ਬਸ ਰਾਮ ਰਾਮ ਕਰ ਛੱਡਦਾ। ਉਹ ਜਿਹੜਾ ਗ੍ਰੰਥ ਪੜ੍ਹਿਆ ਵਿਅਕਤੀ ਉਹ ਮਗਰ ਹੀ ਲੱਗ ਗਿਆ, ਕਹਿਣ ਲੱਗਾ ਨਹੀਂ ਚਰਚਾ ਤੇ ਕਰਨੀ ਪਵੇਗੀ, ਜੇ ਤੁਸੀਂ ਗ੍ਰੰਥ ਨਹੀਂ ਪੜ੍ਹਿਆ ਤੁਸੀਂ ਸਾਧੂ ਕਿਉਂ ਬਣੇ, ਤੁਹਾਨੂੰ ਗਿਆਨ ਤੇ ਹੈ ਹੀ ਨਹੀਂ, ਦੁਨੀਆ ਨੂੰ ਕੀ ਦੱਸੋਗੇ। ਉਹ ਵਾਰ-ਵਾਰ ਉਹਦੇ ਮਗਰ ਤੁਰਿਆ ਜਾਵੇ। ਉਹ ਸਾਧੂ ਵਿਚਾਰੇ ਉੱਠ ਕੇ ਤੋਰੀ ਪਏ, ਕਹਿਣ ਲੱਗੇ ਵੀ ਚਲੋ ਆਪਾਂ ਕੀ ਲੈਣਾ ਝਗੜੇ ਤੋਂ, ਉੱਠ ਕੇ ਚੱਲ ਪਏ। ਉਹ ਬੰਦੇ ਨੇ ਫਿਰ ਵੀ ਪਿੱਛਾ ਨਾ ਛੱਡਿਆ, ਮਗਰ ਤੁਰਿਆ ਗਿਆ, ਵਾਰ-ਵਾਰ ਕਹੇ ਚਰਚਾ ਕਰੋ ਚਰਚਾ ਕਰੋ। ਉਹਨਾਂ ਦੇ ਮੂੰਹ ਸੁਭਾਵਕ ਹੀ ਬਚਨ ਨਿਕਲ ਗਿਆ, ਕਹਿਣ ਲੱਗੇ ਕਿਉਂ ਕੁੱਤੇ ਵਾਂਗੂ ਭੌਂਕਦਾ ਪਿਆ। ਹੁਣ ਸਾਧੂ ਹੈ, ਰੱਬ ਦਾ ਨਾਮ ਉਹਦੀ ਜ਼ੁਬਾਨ ਤੇ ਹੈ, ਆਪ ਦੱਸਦਾ ਪਿਆ, ਕਹਿਣ ਲੱਗਾ ਮੈਂ ਉਹਨੂੰ ਤੰਗ ਕੀਤਾ, ਉਹਨੇ ਮੈਨੂੰ ਇਹ ਗੱਲ ਕਹੀ ਵੀ ਕਿਉਂ ਕੁੱਤੇ ਵਾਂਗੂ ਭੌਂਕਦਾ ਹੈ, ਤੇ ਮੈਨੂੰ ਵੇਖ ਕੁੱਤੇ ਦੀ ਜੂਨ ਮਿਲੀ ਹੈ, ਮੈਂ ਵੀ ਤੇਰੇ ਵਾਂਗੂ ਬੜੇ ਗ੍ਰੰਥ ਪੜ੍ਹਿਆ ਸੀ। ਹੁਣ ਮੇਰੇ ਵਾਲੀ ਬਿਲਕੁਲ ਉਹੀ ਕਿਰਿਆ ਤੂੰ ਕਰਦਾ ਪਿਆ ਹੈ, ਜਿਹਦੇ ਵਿੱਚ ਇੰਨੀ ਤਾਕਤ ਹੈ ਕਿ ਮੇਰੀ ਮਰੇ ਹੋਏ ਸਰੀਰ ਨੂੰ ਆਤਮਾ ਪਾ ਕੇ ਉਠਾ ਸਕਦੇ ਨੇ, ਮੈਨੂੰ ਤੇਰੇ ਨਾਲ ਗੱਲਬਾਤ ਕਰਨ ਦੀ ਸਮਰੱਥਾ ਦੇ ਸਕਦੇ ਨੇ। ਉਹ ਫਿਰ ਅਸਲੀ ਹੋਵੇਗਾ, ਨਕਲੀ ਨਹੀਂ ਹੋ ਸਕਦਾ। ਨਕਲੀ ਤੂੰ ਹੈ, ਅਸਲੀ ਇਹ ਨੇ। ਮੇਰੀ ਵਿਚਾਰ ਇਹ ਹੈ ਵੀ ਤੂੰ ਇਹਨਾਂ ਦੇ ਚਰਨ ਫੜ ਲੈ, ਤੇਰਾ ਭਲਾ ਹੋ ਜਾਏਗਾ। ਨਹੀਂ ਫੜੇਗਾ ਤੇ ਜਿਵੇਂ ਮੈਨੂੰ ਜੂਨੀਆਂ ਮਿਲੀਆਂ ਤੈਨੂੰ ਵੀ ਜੂਨਾਂ ਵਿੱਚ ਆਉਣਾ ਪਵੇਗਾ।
ਜਦੋਂ ਇਹ ਬਚਨ ਸੁਣਿਆ ਨਾ ਤੇ ਫਿਰ ਉਸ ਨਕਲੀ ਨੇ, ਜਿਹਨੇ ਨਾਮ ਹੀ ਆਪਣਾ ਰਖਾਇਆ ਸੀ ਗੁਰੂ ਨਾਨਕ ਪਰ ਹੈ ਨਹੀਂ, ਫਿਰ ਮਹਾਰਾਜ ਦੇ ਚਰਨਾਂ ਤੇ ਪੈ ਕੇ ਆਖਦਾ, ਮਹਾਰਾਜ ਗੱਲ ਤੇ ਬਿਲਕੁਲ ਠੀਕ ਹੈ, ਮੈਂ ਹੈ ਨਕਲੀ। ਫਿਰ ਇਹਨੇ ਆਪਣੇ ਦੁੱਖ ਦੱਸੇ ਮਹਾਰਾਜ ਨੂੰ ਵੀ ਮਹਾਰਾਜ ਮੇਰਾ ਮਨ ਨਹੀਂ ਜੇ ਟਿਕਦਾ, ਮੇਰਾ ਮਨ ਬੜਾ ਭੜਕਦਾ ਹੈ, ਮੈਂ ਨਹਾਉਂਦਾ ਵੀ ਰੋਜ਼ ਹਾਂ, ਮੈਂ ਮੱਥੇ ਤੇ ਤਿਲਕ ਵੀ ਲਾਉਂਦਾ ਹਾਂ, ਮੈਂ ਮਾਲਾ ਵੀ ਫੇਰਦਾ ਹਾਂ, ਮੈਂ ਗ੍ਰੰਥ ਵੀ ਪੜ੍ਹਦਾ ਹਾਂ, ਮੈਂ ਧਰਮ ਦੇ ਸਾਰੇ ਕੰਮ ਕਰਦਾ ਹਾਂ, ਪਰ ਮੇਰਾ ਮਨ ਬੜਾ ਭੜਕਦਾ ਹੈ। ਤੇ ਸਤਿਗੁਰਾਂ ਨੇ ਫਿਰ ਇਸ ਨੂੰ ਉਪਦੇਸ਼ ਦਿੱਤਾ ਸੀ, ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਇਹ ਉਪਦੇਸ਼ ਦੇ ਕੇ ਮਹਾਰਾਜ ਨੇ ਨਿਹਾਲ ਕੀਤਾ। ਬਚਨ ਆਪਾਂ ਇਹ ਸਰਵਣ ਕੀਤਾ ਸੀ, ਗੁਰਮੁਖੋ ਅਸਲੀ ਦੇ ਨਾਲ ਨਕਲੀ ਜ਼ਿਆਦਾ ਹੈ। ਨਕਲੀ ਦਾ ਪ੍ਰਚਾਰ ਵੀ ਜ਼ਿਆਦਾ ਹੋਵੇਗਾ, ਉਹਦੀ ਲਿਸ਼ਕ, ਉਹਦਾ ਵਿਖਾਵਾ ਵੀ ਜ਼ਿਆਦਾ ਹੋਵੇਗਾ, ਅਸਲੀ ਦਾ ਨਹੀਂ ਹੋਵੇਗਾ। ਪਰ ਅਸੀਂ ਵਿਖਾਵਾ ਵੇਖ ਕੇ ਨਕਲੀ ਨਾਲ ਜੁੜ ਜਾਵਾਂਗੇ। ਜਦੋਂ ਅਸੀਂ ਨਕਲੀ ਨਾਲ ਜੁੜ ਗਏ ਇੱਕ ਵਾਰੀ, ਫਿਰ ਨਿਕਲਣਾ ਬੜਾ ਉੱਥੋਂ ਔਖਾ ਹੈ, ਕਿਉਂਕਿ ਉਹ ਸਾਡਾ ਜਿਹੜਾ ਸਮਾਂ ਉਹਨੇ ਬਰਬਾਦ ਕਰਤਾ ਨਾ, 2 ਸਾਲ 5 ਸਾਲ 10 ਸਾਲ, ਮੰਨ ਲਓ 10 ਸਾਲਾਂ ਬਾਅਦ ਸਾਨੂੰ ਸਮਝ ਪੈ ਵੀ ਗਈ ਵੀ ਇਹ ਨਕਲੀ ਹੈ, ਉਹ ਜਿਹੜੇ 10 ਸਾਲ ਸਾਡੇ ਲੰਘ ਗਏ ਨਾ, ਉਹ ਦੁਬਾਰਾ ਨਹੀਂ ਵਾਪਸ ਆਉਣੇ, ਉਹ ਬਰਬਾਦ ਹੋ ਗਏ, ਉਹ ਤੇ ਮਿੱਟੀ ਹੋ ਗਏ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਤੈਨੂੰ ਬਚਨ ਇਹ ਦੱਸਿਆ ਹੈ ਵੀ ਪਹਿਲਾਂ ਪੂਰਾ ਗੁਰੂ ਲੱਭ, ਝੂਠੇ ਤੇ ਪਖੰਡੀ ਕੋਲ ਨਹੀਂ ਜਾਣਾ ਹੈ। ਪਹਿਲਾਂ ਗੁਰੂ ਦੀ ਪਰਖ ਕਰ ਲੈ ਵੀ ਇਹ ਗੁਰੂ ਵਾਕਿਆ ਹੀ ਅਸਲੀ ਹੈ, ਜੋ ਇਹ ਕਹਿੰਦਾ ਹੈ ਵਾਕਿਆ ਹੀ ਇੰਨੀ ਕਮਾਈ ਹੈ ਕਿ ਕੇਵਲ ਗੱਲਾਂ ਹੀ ਨੇ। ਗੁਰਮੁਖ ਮਿਲ ਰਹੀ ਹੈ। ਜਦੋਂ ਤੁਸੀਂ ਪੂਰੇ ਗੁਰੂ ਦੇ ਨਾਲ ਮਿਲੋਗੇ ਜਾ ਕੇ, ਤੇ ਮਹਾਰਾਜ ਫਰਮਾਉਂਦੇ ਹਨ, ਘਰ ਵਾਜੈ ਸ਼ਬਦ ਕਨੇਰੇ ਰਾਮ। ਫਿਰ ਘਰ ਦੇ ਵਿੱਚ ਕਨੇਰੇ ਸ਼ਬਦ ਵੱਜਣਗੇ। ਹਿਰਦੇ ਰੂਪੀ ਘਰ ਦੇ ਵਿੱਚ ਨਾਮ ਦੇ ਵਾਜੇ ਵੱਜ ਪੈਣਗੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਪ੍ਰਤੱਖ ਵੀ ਉਹਨਾਂ ਦੇ ਘਰ ਦੇ ਵਿੱਚ ਵਾਜੇ ਵੱਜਦੇ। ਵਾਜੇ ਕਿਹੜੇ ਵੱਜਦੇ? ਸਾਧੂਆਂ ਦੇ ਘਰ ਦੇ ਵਿੱਚ ਵੈਸੇ ਵੀ ਗੁਰਬਾਣੀ ਦਾ ਕੀਰਤਨ, ਨਾਮ ਦਾ ਕੀਰਤਨ, ਰੱਬ ਦਾ ਭਜਨ ਹੀ ਹੁੰਦਾ ਰਹਿੰਦਾ ਹੈ। ਕਹਿਣ ਲੱਗੇ ਉਹ ਸਾਧੂ ਜਿਨ੍ਹਾਂ ਦੇ ਘਰ ਦੇ ਵਿੱਚ ਵੀ ਹਰ ਵੇਲੇ ਰੱਬ ਦੀ ਬੰਦਗੀ ਹੁੰਦੀ ਹੈ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਸਤਿਗੁਰੂ ਬਖਸ਼ਿਸ਼ ਕਰਦੇ, ਕਨੇਰੇ ਬਹੁਤੇ ਸ਼ਬਦ ਪਰਮਾਤਮਾ ਤੇਰੇ ਉਹਨਾਂ ਗੁਰਮੁਖਾਂ ਦੇ ਘਰ ਦੇ ਵਿੱਚ ਵੱਜਦੇ ਹਨ ਜਿਨ੍ਹਾਂ ਨੇ ਇਹ ਗੱਲ ਜਾਣ ਲਈ ਹੈ, ਤੂੰ ਕਰਤਾ, ਤੂੰ ਪੈਦਾ ਕਰਨ ਵਾਲਾ ਹੈ, ਸਭ ਥਾਈਂ, ਸਾਰਿਆਂ ਥਾਵਾਂ ਤੇ ਰੱਖਿਆ ਵੀ ਕਰਨ ਵਾਲਾ ਹੈ, ਪੈਦਾ ਵੀ ਕਰਦਾ, ਰਾਖੀ ਵੀ ਕਰਦਾ ਹੈ। ਹੁਣ ਪੈਦਾ ਤੇ ਗੁਰਮੁਖੋ ਘੁਮਿਆਰ ਵੀ ਘੜੇ ਨੂੰ ਕਰਦਾ ਹੈ, ਘੜਾ ਘੁਮਿਆਰ ਬਣਾਉਂਦਾ ਹੈ, ਪਰ ਬਣਾਉਂਦਾ ਹੀ ਹੈ, ਘੁਮਿਆਰ ਰਾਖੀ ਨਹੀਂ ਕਰ ਸਕਦਾ। ਗਾਹਕ ਲੈ ਗਿਆ, ਉਹ ਭਾਵੇਂ ਤੋੜ ਦੇਵੇ ਭਾਵੇਂ ਸਾਂਭ ਲਵੇ। ਪਰਮਾਤਮਾ ਪੈਦਾ ਵੀ ਕਰਦਾ ਹੈ, ਪਰਮਾਤਮਾ ਰਾਖੀ ਵੀ ਕਰਦਾ ਹੈ। ਤਾਤੀ ਵਾਓ ਨਾ ਲਗਈ ਪਾਰ ਬ੍ਰਹਮ, ਉਹ ਰਾਖੀ ਵੀ ਕਰਦਾ ਹੈ, ਉਹ ਐਸਾ ਬਣਾਉਣ ਵਾਲਾ ਹੈ। ਐਨਸ ਜਪੀ ਸਦਾ ਸਲਾਹੀ। ਇਸ ਕਰਕੇ ਸਦਾ ਵਾਸਤੇ ਉਸ ਪਰਮਾਤਮਾ ਨੂੰ ਜਪਣਾ ਕਰ, ਸਲਾਹੁਣਾ ਕਰ। ਸਾਚ ਸ਼ਬਦ ਲਿਵ ਲਾਈ। ਗੁਰੂ ਦੇ ਸੱਚੇ ਉਪਦੇਸ਼ ਦੇ ਉੱਪਰ ਧਿਆਨ ਲਾ ਕੇ, ਧਿਆਨ ਜੋੜ ਕੇ ਪਰਮਾਤਮਾ ਨੂੰ ਦਿਨੇ ਰਾਤ ਜਪ, ਉਹਦੀ ਸ਼ਲਾਘਾ ਕਰ, ਉਹਦੀ ਸਿਫਤ ਕਰ, ਦਿਨੇ ਰਾਤ ਉਹਦੀ ਬੰਦਗੀ ਕਰ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ। ਦਿਨ ਸਹਿਜ ਰਹੇ ਰੰਗ ਰਾਤਾ। ਮਹਾਰਾਜ ਕਹਿਣ ਲੱਗੇ, ਉਹ ਗੁਰਮੁਖ ਜਿਹੜੇ ਨੇ ਸਹਿਜੇ ਹੀ ਦਿਨੇ ਰਾਤ ਉਹਦੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਹਨ। ਰਾਮ ਨਾਮ ਰਿਦ ਪੂਜਾ। ਉਹਨਾਂ ਦੇ ਹਿਰਦੇ ਵਿੱਚ ਰਾਮ ਦੇ ਨਾਮ ਦੀ ਪੂਜਾ ਹੁੰਦੀ ਹੈ। ਰਾਮ ਦੀ ਪੂਜਾ ਕੀ ਹੈ? ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਕਹਿਣ ਲੱਗੇ, ਪੂਜਾ ਕੀਚੈ ਨਾਮ ਧਿਆਈਐ। ਜਿਹੜਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਨਾ ਸਵੇਰੇ ਉੱਠ ਕੇ, ਇਹ ਸਮਝ ਲਓ ਤੁਸੀਂ ਪੂਜਾ ਕਰ ਲਈ ਹੈ। ਨਾਮ ਜਪਣਾ ਹੀ ਪੂਜਾ ਹੈ। ਉਹ ਦਿਨੇ ਰਾਤ ਫਿਰ ਨਾਮ ਜਪਦੇ ਹਨ। ਨਾਨਕ ਗੁਰਮੁਖ ਏਕ ਪਛਾਣੈ। ਜਿਹੜੇ ਗੁਰਮੁਖ ਨੇ ਉਹ ਇੱਕ ਪਰਮਾਤਮਾ ਨੂੰ ਜਾਣ ਲੈਂਦੇ ਹਨ। ਅਵਰ ਨਾ ਜਾਣੈ ਦੂਜਾ। ਉਹਦੇ ਤੋਂ ਬਿਨਾਂ ਉਹ ਦੂਜਾ ਕਿਸੇ ਨੂੰ ਜਾਣਦੇ ਹੀ ਨਹੀਂ। ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਮੁਖਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਜਿਵੇਂ ਇੱਕ ਪਤੀ ਬ੍ਰਤਾ ਪਤਨੀ ਹੈ,
ਉਹ ਪਤੀਵ੍ਰਤਾ ਜਿਹੜੀ ਪਤਨੀ ਹੈ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਜੇ ਨੂੰ ਜਾਣਦੀ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਸਾਧੂ ਨੇ ਉਹ ਰੱਬ ਤੋਂ ਬਿਨਾਂ ਕਿਸੇ ਦੂਜੇ ਨੂੰ ਜਾਣਦੇ ਹੀ ਨਹੀਂ, ਕੇਵਲ ਪ੍ਰਮਾਤਮਾ ਨੂੰ ਹੀ ਆਪਣਾ ਪਤੀ ਮੰਨਦੇ ਹਨ। ਸਭ ਮੇ ਰਵ ਰਹਾ ਸੋ ਪ੍ਰਭ ਅੰਤਰਜਾਮੀ ਰਾਮ। ਉਹ ਜਿਹੜਾ ਅੰਤਰਜਾਮੀ ਰਾਮ ਹੈ ਉਹ ਸਾਰਿਆਂ ਦੇ ਵਿੱਚ ਹੀ ਹੈ। ਜਿਮੀ ਜਮਾਨ ਕੈ ਬਿਖੈ ਸਮਸਤ ਏਕ ਜੋਤ ਹੈ। ਭਾਵੇਂ ਧਰਤੀ ਹੈ, ਆਕਾਸ਼ ਹੈ, ਪਤਾਲ ਹੈ, ਮਿੱਟੀ ਦਾ ਕਣ ਹੈ, ਸਵਾਹ ਦਾ ਕਣ ਹੈ, ਅੰਨ ਦਾ ਦਾਣਾ ਹੈ, ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਸਮਾਇਆ ਹੋਇਆ ਹੈ। ਗੁਰ ਸ਼ਬਦ ਰਵੈ ਰਵ ਰਹਾ ਸੋ ਪ੍ਰਭ ਮੇਰਾ ਸੁਆਮੀ ਰਾਮ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਉਪਦੇਸ਼ ਲੈ ਕੇ ਉਹਨੂੰ ਰਵੇ ਕਹੀਏ ਉਚਾਰਿਆ ਹੈ, ਗੁਰੂ ਦਾ ਉਪਦੇਸ਼ ਲੈ ਲਿਆ, ਫਿਰ ਉਸ ਉਪਦੇਸ਼ ਨੂੰ ਜਪਿਆ ਵੀ ਹੈ। ਗੁਰਮੁਖੋ ਉਪਦੇਸ਼ ਤੇ ਆਪਾਂ ਵੀ ਲੈਂਦੇ ਹਾਂ, ਕਥਾ ਸੁਣਦੇ ਪਏ, ਮਹਾਰਾਜ ਦਾ ਉਪਦੇਸ਼ ਹੀ ਹੈ, ਉਪਦੇਸ਼ ਲੈਂਦੇ ਤੇ ਪਏ ਹਾਂ, ਪਰ ਅਸੀਂ ਕਮਾਈ ਨਹੀਂ ਕਰਦੇ ਪਏ। ਮਹਾਰਾਜ ਕਹਿਣ ਲੱਗੇ ਗੁਰ ਸ਼ਬਦ ਰਵੈ, ਜਿਹੜੇ ਗੁਰੂ ਦਾ ਸ਼ਬਦ ਲੈ ਕੇ ਉਹਨੂੰ ਫਿਰ ਜਪਦੇ ਨੇ, ਉਹਦੀ ਕਮਾਈ ਕਰਦੇ ਹਨ, ਉਹ ਫਿਰ ਇਹ ਗੱਲ ਜਾਣ ਲੈਂਦੇ ਨੇ ਕਿ ਉਹ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ, ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਮੇਰਾ ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਈ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਹਰੇਕ ਜਗ੍ਹਾ ਦੇ ਉੱਪਰ ਘਟਾਂ ਘਟਾਂ ਵਿੱਚ ਉਹ ਪ੍ਰਮਾਤਮਾ ਰਵਿਆ ਹੈ, ਭਾਵ ਕਿ ਮਿਲਿਆ ਹੈ, ਸਮਾਇਆ ਹੋਇਆ ਹੈ। ਇਸ ਗੱਲ ਨੂੰ ਉਹ ਗੁਰਮੁਖ ਜਾਣ ਲੈਂਦੇ ਹਨ। ਗੁਰਮਤਿ ਸੱਚ ਪਾਈਏ ਸਹਿਜ ਸਮਾਈਏ ਤਿਸ ਬਿਨ ਅਵਰ ਨਾ ਕੋਈ। ਮਹਾਰਾਜ ਕਹਿਣ ਲੱਗੇ ਗੁਰਮਤ ਲੈ ਕੇ, ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਹੈ, ਉਹ ਫਿਰ ਉਸ ਸਹਿਜ ਵਿੱਚ ਸਮਾ ਜਾਂਦੇ ਪ੍ਰਮਾਤਮਾ ਦੇ ਵਿੱਚ। ਉਹ ਜਾਣ ਲੈਂਦੇ ਵੀ ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਏ ਮਿਲਾਏ। ਮੈਂ ਸਹਿਜੇ ਸਹਿਜੇ ਉਹਦੇ ਗੁਣਾਂ ਨੂੰ ਗਾਉਂਦਾ ਰਵਾਂ, ਹੋ ਸਕਦਾ ਅੱਜ ਨਹੀਂ ਤੇ ਕੱਲ ਪ੍ਰਮਾਤਮਾ ਨੂੰ ਭਾ ਜਾਵਾਂ, ਚੰਗਾ ਲੱਗਣ ਲੱਗ ਪਵਾਂ। ਇਹ ਨਹੀਂ ਕਿ ਅੱਜ ਹੀ ਮੈਂ ਪਾਠ ਕਰਿਆ ਤੇ ਮੈਂ ਹੁਣੇ ਹੀ ਚੰਗਾ ਲੱਗਣ ਲੱਗ ਪਵਾਂ, ਹੁਣੇ ਹੀ ਮੈਨੂੰ ਸਭ ਕੁਝ ਮਿਲ ਜਾਵੇ। ਹੋ ਸਕਦਾ ਪਹਿਲੇ ਦਿਨ ਮੈਂ ਨਾ ਚੰਗਾ ਲੱਗਾ, ਮੇਰਾ ਕੰਮ ਨਾ ਚੰਗਾ ਲੱਗੇ, ਫਿਰ ਦੂਜੇ ਦਿਨ ਵੀ ਨਾਮ ਜਪਾਂਗਾ, ਤੀਜੇ ਦਿਨ ਵੀ ਜਪਾਂਗਾ, ਰੋਜ਼ ਹੀ ਜਪਾਂਗਾ। ਕਦੇ ਤੇ ਉਹ ਦਿਨ ਆਵੇਗਾ ਹੀ ਨਾ ਜਦੋਂ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਪਵਾਂਗਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ। ਮੈਂ ਸਹਿਜੇ ਸਹਿਜੇ ਰੋਜ਼ ਹੀ ਗੁਣ ਗਾਉਂਦਾ ਰਵਾਂਗਾ, ਅੱਜ ਨਹੀਂ ਤੇ ਕੱਲ ਕਦੇ ਤੇ ਪ੍ਰਮਾਤਮਾ ਨੂੰ ਭਾ ਹੀ ਜਾਵਾਂਗਾ ਨਾ, ਚੰਗਾ ਲੱਗਾਂਗਾ ਹੀ ਨਾ। ਫਿਰ ਆਪੇ ਲੈ ਮਿਲਾਏ, ਫਿਰ ਉਹ ਮੈਨੂੰ ਆਪ ਹੀ ਆਪਣੇ ਵਿੱਚ ਮਿਲਾ ਲਵੇਗਾ। ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਏ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਸ਼ਬਦ ਕਹੀਏ ਉਪਦੇਸ਼ ਦੇ ਨਾਲ, ਜਿਨ੍ਹਾਂ ਨੇ ਉਪਦੇਸ਼ ਜਪਿਆ ਹੈ ਨਾ, ਉਹ ਫਿਰ ਐਨਸ ਨਾਮ ਤੇ ਆਏ। ਜਿਨ੍ਹਾਂ ਨੇ ਉਪਦੇਸ਼ ਲੈ ਲਿਆ ਉਹ ਦਿਨੇ ਰਾਤ ਨਾਮ ਜਪਦੇ। ਜਿਹੜੇ ਦਿਨੇ ਰਾਤ ਨਾਮ ਜਪਦੇ ਹੀ ਰਹਿੰਦੇ ਉਹ ਫਿਰ ਜਾਪੈ, ਉਹ ਪ੍ਰਮਾਤਮਾ ਨੂੰ ਜਾਣ ਲੈਂਦੇ ਹਨ। ਇਹੋ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ। ਸਤਿਗੁਰੂ ਨੂੰ ਸਵਾਲ ਕੀਤਾ ਕਿਸੇ ਨੇ ਆ ਕੇ, ਇਹੋ ਜਗੋ ਦੁੱਤਰ। ਮਹਾਰਾਜ ਇਹ ਸੰਸਾਰ ਬੜਾ ਕਠਿਨ ਹੈ, ਤਰਨਾ ਬੜਾ ਔਖਾ ਹੈ। ਗੱਲ ਕਰਨੀ ਬੜੀ ਸੌਖੀ ਹੈ, ਪਰ ਸੰਸਾਰ ਤੋਂ ਤਰਨਾ ਬੜਾ ਔਖਾ ਹੈ। ਕਈ ਵਾਰੀ ਬੰਦਾ ਸਾਰੀ ਉਮਰ ਭਜਨ ਬੰਦਗੀ ਕਰਦਾ ਰਹਿੰਦਾ ਹੈ, ਮੰਤਰ ਪੜ੍ਹਦਾ ਰਹਿੰਦਾ ਹੈ, ਸਾਰੀ ਉਮਰ ਘਰ-ਬਾਰ ਵੀ ਛੱਡ ਦਿੱਤਾ, ਤਿਆਗ ਵੀ ਕਰ ਦਿੱਤਾ ਕਿ ਮੈਨੂੰ ਨਹੀਂ ਕੁਝ ਚਾਹੀਦਾ, ਜ਼ੁਬਾਨ ਦਾ ਸਵਾਦ ਵੀ ਛੱਡ ਦਿੱਤਾ, ਪਰ ਪਤਾ ਕੋਈ ਨਹੀਂ ਹੈ ਜਦੋਂ ਸਵਾਸ ਨਿਕਲਣ ਤੇ ਮਨ ਕਿਹੜੇ ਬੰਨੇ ਤੁਰ ਪਵੇ। ਹੁਣ ਅਸੀਂ ਇਹ ਸਾਖੀ ਸਰਵਣ ਕਰਦੇ ਆ ਨਾ, ਬੰਦਾ ਬਹਾਦਰ ਦਾ ਗੁਰੂ ਹੈ, ਮਾਧੋ ਦਾਸ ਬੈਰਾਗੀ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਮਾਧੋ ਦਾਸ ਤੇਰਾ ਗੁਰੂ ਕਿੱਥੇ ਹੈ? ਕਹਿਣ ਲੱਗਾ ਜੀ ਉਹ ਤੇ ਮੁਕਤ ਹੋ ਗਿਆ। ਸਤਿਗੁਰੂ ਕਹਿਣ ਲੱਗੇ ਕਿਵੇਂ ਮੁਕਤ ਹੋ ਗਿਆ? ਉਹ ਤੇ ਮੁਕਤ ਨਹੀਂ ਹੋਇਆ, ਉਹ ਤੇ ਕੀੜਾ ਬਣ ਗਿਆ। ਤੇਰਾ ਗੁਰੂ ਕੀੜਾ ਬਣ ਗਿਆ ਹੈ। ਮਹਾਰਾਜ ਕੀੜਾ ਕਿਵੇਂ ਬਣ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਚੱਲ ਤੈਨੂੰ ਫਿਰ ਦੱਸ ਦਿੰਦੇ ਹਾਂ। ਦੱਸਿਆ, ਕਹਿਣ ਲੱਗੇ ਜਦੋਂ ਉਹ ਮਰਨ ਵਾਲਾ ਹੈ ਸਾਧੂ ਹੈ, ਘਰ ਵੀ ਛੱਡਿਆ, ਪਰਿਵਾਰ ਵੀ ਛੱਡਿਆ,
ਦੁਨੀਆ ਦੇ ਸਵਾਦ ਵੀ ਛੱਡੇ ਹੋਏ। ਜੇ ਕੋਈ ਮਿਲ ਗਿਆ ਤੇ ਛਕ ਲਿਆ, ਨਾ ਮਿਲ ਗਿਆ ਤੇ ਨਾ ਛਕਿਆ। ਜਦੋਂ ਮਰਨ ਲੱਗਾ ਨਾ, ਅਖੀਰਲਾ ਸਾਹ ਨਿਕਲਣ ਲੱਗਾ ਅੰਦਰੋਂ, ਅਮਰੂਦ ਦੇ ਬੂਟੇ ਦੇ ਥੱਲੇ ਲੰਮਾ ਪਿਆ ਹੋਇਆ, ਮੰਜਾ ਢਾ ਕੇ, ਉੱਪਰ ਅਮਰੂਦ ਲੱਗਾ ਹੋਇਆ। ਅਮਰੂਦ ਨੂੰ ਵੇਖ ਕੇ ਮਨ ਵਿੱਚ ਵਿਚਾਰ ਆਈ ਵੀ ਬੜਾ ਸੋਹਣਾ ਪੱਕਿਆ ਹੋਇਆ, ਜੇ ਮੈਂ ਖਾਂਦਾ ਤੇ ਬੜਾ ਸਵਾਦ ਆਉਣਾ ਸੀ। ਇਹ ਸੋਚਦਾ ਪਿਆ, ਜਾਨ ਨਿਕਲ ਗਈ। ਪਰਮਾਤਮਾ ਨੇ ਕੀੜਾ ਬਣਾ ਕੇ ਅਮਰੂਦ ਵਿੱਚ ਹੀ ਪਾਇਆ, ਲੈ ਫਿਰ ਖਾਲਾ ਅਮਰੂਦ ਜਿੰਨੇ ਖਾਣੇ। ਇਹ ਸੰਸਾਰ ਤਰਨਾ ਬੜਾ ਔਖਾ ਹੈ। ਕੋਈ ਪਤਾ ਨਹੀਂ ਇਸ ਮਨ ਨੇ ਕਿਹੜੇ ਟਾਈਮ ਕਿਹੜਾ ਫੁਰਨਾ ਕਰ ਲੈਣਾ ਹੈ। ਹੋ ਸਕਦਾ ਸਾਰੀ ਜ਼ਿੰਦਗੀ ਅਸੀਂ, ਹੋ ਸਕਦਾ ਉਹਨੇ ਸਾਰੀ ਜ਼ਿੰਦਗੀ ਅਮਰੂਦ ਖਾਧਾ ਹੀ ਨਾ ਹੋਵੇ ਜਿਹੜਾ ਕੀੜਾ ਬਣ ਗਿਆ, ਜਾਂ ਉਹਨੇ ਬੜੇ ਖਾਧੇ ਹੋਣ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਬੜਾ ਪਰਹੇਜ਼ ਕਰ ਲੈਂਦੇ ਹਾਂ, ਬੜਾ ਕੰਟਰੋਲ ਕਰ ਲੈਂਦੇ ਹਾਂ। ਮਨ ਦਾ ਕੋਈ ਪਤਾ ਨਹੀਂ ਇਹਦੀ ਵਾਸ਼ਨਾ ਕਿੱਧਰ ਨੂੰ ਚਲੇ ਜਾਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜੱਗ ਤਰਨਾ ਬੜਾ ਔਖਾ ਹੈ। ਕਿਸੇ ਵਿਅਕਤੀ ਨੇ ਸ਼ਰਾਧ ਕੀਤਾ ਨਾ ਆਪਣੇ ਬਾਪ ਦਾ, ਮਰੇ ਹੋਏ ਦੀ ਰੋਟੀ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਕਿਉਂ ਕੀਤਾ ਸ਼ਰਾਧ? ਕਹਿਣ ਲੱਗਾ, ਮਹਾਰਾਜ ਮੇਰਾ ਪਿਤਾ ਸਵਰਗਾਂ 'ਚ ਬੈਠਾ ਹੋਇਆ ਹੈ, ਇਹ ਮੈਂ ਲੋਕਾਂ ਨੂੰ ਰੋਟੀ ਪਾਣੀ ਖਵਾਵਾਂਗਾ, ਮੇਰੇ ਪਿਤਾ ਨੂੰ ਪਹੁੰਚੇਗਾ। ਮਹਾਰਾਜ ਕਹਿਣ ਲੱਗੇ, ਤੇਰਾ ਪਿਤਾ, ਤੈਨੂੰ ਕੀ ਪਤਾ ਵੀ ਉਹ ਸਵਰਗਾਂ 'ਚ ਚਲਾ ਗਿਆ? ਮਹਾਰਾਜ ਉਹ ਬੜਾ ਨੇਕ ਆਦਮੀ ਸੀ। ਸਤਿਗੁਰੂ ਕਹਿਣ ਲੱਗੇ, ਉਹ ਬਘਿਆੜ ਬਣਿਆ ਹੋਇਆ ਜਨਮਾਂ ਦੇ ਵਿੱਚ ਹੈ। ਮਹਾਰਾਜ ਮੈਂ ਕਿਵੇਂ ਯਕੀਨ ਕਰਾਂ? ਸਤਿਗੁਰੂ ਕਹਿਣ ਲੱਗੇ, ਯਕੀਨ ਨਹੀਂ ਕਰਨਾ ਤੇ ਜਾ ਕੇ ਪੁੱਛ ਲਾ। ਜਾ ਕੇ ਪੁੱਛਿਆ ਬਘਿਆੜ ਨੂੰ, ਕਹਿਣ ਲੱਗਾ ਵੀ ਕਿਵੇਂ ਤੁਹਾਨੂੰ ਇਹ ਦੇਹੀ ਕਿਵੇਂ ਮਿਲੀ ਹੈ ਬਘਿਆੜ ਵਾਲੀ? ਤੁਸੀਂ ਤੇ ਬੜੇ ਭਜਨ ਬੰਦਗੀ ਵਾਲੇ ਸੀ, ਬੜੇ ਧਰਮ ਕਰਮ ਕਰਦੇ ਸੀ ਚੰਗੇ। ਬਘਿਆੜ ਨੇ ਦੱਸਿਆ, ਕਹਿਣ ਲੱਗਾ ਜਦੋਂ ਮੈਂ ਮਰਨ ਲੱਗਾ ਨਾ ਤੇ ਗੁਆਂਢੀਆਂ ਦੇ ਘਰ ਦੇ ਵਿੱਚ ਮਾਸ ਬਣਦਾ ਪਿਆ ਤੇ ਮੈਨੂੰ ਉਹਦੀ ਖੁਸ਼ਬੂ ਆ ਗਈ ਬਣਦਿਆਂ ਹੋਇਆ। ਉਧਰੋਂ ਜਾਨ ਨਿਕਲਦੀ ਪਈ ਹੈ, ਉਧਰੋਂ ਮੇਰੇ ਜਦੋਂ ਮੈਨੂੰ ਉਹਦੀ ਮਹਿਕ ਆਈ ਨਾ ਮਾਸ ਦੀ, ਮੇਰਾ ਜੀ ਕੀਤਾ ਵੀ ਜੇ ਕਿਤੇ ਆ ਜਾਵੇ ਤੇ ਥੋੜ੍ਹਾ ਬਹੁਤਾ ਇਹਨੂੰ ਖਾ ਹੀ ਲਵਾਂ। ਉਹ ਤੇ ਗੁਆਂਢੀਆਂ ਨੇ ਨਹੀਂ ਦਿੱਤਾ ਕੌਲੀ 'ਚ ਪਾ ਕੇ, ਪਰ ਮੇਰੀ ਵਾਸ਼ਨਾ ਉੱਥੇ ਰਹਿ ਗਈ, ਵਿਚਾਰ ਉੱਥੇ ਹੀ ਰਹਿ ਗਿਆ। ਰੱਬ ਨੇ ਆਹ ਜਨਮ ਦੇ ਦਿੱਤਾ, ਜਾ ਫਿਰ ਜਾ ਕੇ ਮਾਸ ਖਾ ਕੇ ਆਪਣੀ ਇੱਛਾ ਪੂਰੀ ਕਰ। ਤਾਂ ਮੈਂ ਬਣ ਗਿਆ, ਇਸ ਜੂਨ ਵਿੱਚ ਆ ਗਿਆ। ਗੁਰਮੁਖੋ ਇਹ ਸਾਖੀਆਂ ਜਿਹੜੀਆਂ ਨੇ, ਇਹਦਾ ਭਾਵ ਇਹ ਹੈ ਵੀ ਕਈ ਵਾਰੀ ਬੰਦੇ ਦੀ ਅਖੀਰਲੀ ਉਮਰ ਹੁੰਦੀ ਹੈ, ਉਦੋਂ ਵੀ ਕੋਈ ਨਾ ਕੋਈ ਵਾਸ਼ਨਾ ਪੈਦਾ ਹੋ ਜਾਂਦੀ ਹੈ। ਸੰਸਾਰ ਤਰਨਾ ਬੜਾ ਔਖਾ ਹੈ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਇਹ ਸੰਸਾਰ ਵਿਕਾਰਾਂ ਦਾ ਭਰਿਆ ਹੋਇਆ। ਇਹੋ ਜਗੋ ਦੁੱਤਰ, ਇਹ ਸੰਸਾਰ ਬੜਾ ਕਠਿਨ ਹੈ। ਔਰ ਦੂਜੀ ਮੁਸ਼ਕਲ ਗੱਲ ਇਹ ਹੈ ਕਿ ਮਨਮੁਖ ਪਾਰ ਨਾ ਪਾਈ ਰਾਮ। ਅਜੇ ਗੁਰਮੁਖ ਨੂੰ ਤੇ ਮਹਾਰਾਜ ਆਸਰਾ ਦੇ ਦੇਣਗੇ ਵੀ ਚੱਲ ਭਾਈ ਗੁਰਮੁਖਾ, ਸਾਡਾ ਪੱਲਾ ਫੜ, ਤੈਨੂੰ ਪਾਰ ਕਰ ਦਈਏ। ਗੁਰਮੁਖ ਤੇ ਪਾਰ ਹੋ ਜਾਏਗਾ ਗੁਰੂ ਦਾ ਪੱਲਾ ਫੜ ਕੇ। ਅੰਚਲ ਗਹਿ ਕੈ ਸਾਧਕਾ, ਤਰਨਾ ਇਹੋ ਸੰਸਾਰ। ਗੁਰਮੁਖਾਂ ਨੂੰ ਤੇ ਫਿਰ ਵੀ ਆਸਰਾ ਹੈ ਕਿ ਮੇਰਾ ਗੁਰੂ ਮੈਨੂੰ ਰੱਖ ਲਵੇਗਾ। ਪਰ ਜਿਹੜੇ ਗੁਰਮੁਖੋ ਹੈ ਮਨਮੁਖ ਬੰਦੇ, ਜਿਨ੍ਹਾਂ ਦਾ ਗੁਰੂ ਹੀ ਕੋਈ ਨਹੀਂ ਹੈ, ਹੁਣ ਜਿਹਦਾ ਸਾਈਂ ਖਸਮ ਨਾ ਹੋਵੇ, ਉਹਦੇ ਵਾਸਤੇ ਫਿਰ ਸੰਸਾਰ ਤਰਨਾ ਤੇ ਹੋਰ ਔਖਾ ਹੋ ਗਿਆ ਨਾ। ਤਰਨਾ ਤੇ ਸਾਰਿਆਂ ਵਾਸਤੇ ਹੀ ਔਖਾ ਹੈ, ਪਰ ਗੁਰਮੁਖਾਂ ਵਾਸਤੇ ਥੋੜ੍ਹਾ ਸੌਖਾ, ਗੁਰੂ ਮਦਦ ਕਰ ਦਿੰਦਾ। ਪਰ ਜਿਹੜੇ ਹੋਣ ਹੀ ਮਨਮੁਖ ਬੰਦੇ, ਉਹਨਾਂ ਵਾਸਤੇ ਤੇ ਫਿਰ ਤਰਨਾ ਹੋਰ ਔਖਾ ਹੈ। ਅੰਤਰ ਹਉਮੈ ਮਮਤਾ, ਕਾਮ ਕ੍ਰੋਧ ਚਤੁਰਾਈ ਰਾਮ। ਮਹਾਰਾਜ ਨੂੰ ਪੁੱਛਿਆ ਸਤਿਗੁਰੂ, ਮਨਮੁਖਾਂ ਵਾਸਤੇ ਕਿਉਂ ਔਖਾ ਹੈ? ਮਹਾਰਾਜ ਕਹਿਣ ਲੱਗੇ, ਪਹਿਲੀ ਗੱਲ ਹੈ ਵੀ ਮਨਮੁਖ ਦੇ ਅੰਤਰ ਹੈਗੀ ਹੈ ਹਉਮੈ, ਵੀ ਮੇਰੇ ਵਰਗਾ ਕੋਈ ਨਹੀਂ ਹੈ। ਕਿਉਂਕਿ ਗੁਰੂ ਉਹਨੇ ਹੀ ਨਹੀਂ ਨਾ ਬਣਾਇਆ। ਜਿਹਦੇ ਮਨ ਵਿੱਚ ਇਹ ਹੈ ਵੀ ਮੈਂ ਤੇ ਗੁਰੂ ਤੋਂ ਵੀ ਵੱਡਾ ਹਾਂ, ਉਹ ਨਹੀਂ ਗੁਰੂ ਬਣਾ ਪਾਉਂਦਾ। ਇੱਕ ਸਾਖੀ ਆਉਂਦੀ ਹੈ, ਕਹਿਣ ਲੱਗੇ ਸੁਖਦੇਵ ਨਾਮ ਦਾ ਇੱਕ ਰਿਖੀ ਜਨਕ ਰਾਜੇ ਕੋਲ ਚਲਾ ਗਿਆ। ਕਿਸੇ ਨੇ ਦੱਸਿਆ ਉਹਨੂੰ ਭਵਿਸ਼ਵਾਣੀ ਹੋਈ ਆਕਾਸ਼ ਦੇ ਵਿੱਚੋਂ ਵੀ ਜੇ ਰਿਖੀ ਤੂੰ ਆਪਣਾ ਭਲਾ ਕਰਨਾ ਨਾ, ਜਨਕ ਰਾਜੇ ਕੋਲ ਚਲਾ ਜਾ। ਚਲਾ ਗਿਆ ਜਨਕ ਰਾਜੇ ਦੇ ਕੋਲ ਉਪਦੇਸ਼ ਲੈਣ ਵਾਸਤੇ, ਗੁਰੂ ਬਣਾਉਣ ਵਾਸਤੇ। ਜਨਕ ਰਾਜਾ ਮੰਤਰੀਆਂ ਦੇ ਸਮੇਤ ਬੈਠਾ ਹੋਇਆ ਰਾਜ ਮਹਿਲ ਦੇ ਵਿੱਚ,
ਤੇ ਸਾਹਮਣੇ ਨਿਰਤ ਕਰਨ ਵਾਲੀਆਂ ਨਿਰਤਕਾਰੀਆਂ ਨੱਚਦੀਆਂ ਪਈਆਂ। ਜਦੋਂ ਇਹਨੇ ਜਾ ਕੇ ਦਰਬਾਰ ਦਾ ਦਰਵਾਜ਼ਾ ਖੋਲ੍ਹਿਆ ਨਾ ਰਿਖੀ ਨੇ, ਉਸੇ ਵੇਲੇ ਮਨ ਵਿੱਚ ਫੁਰਨਾ ਆ ਗਿਆ। ਕਹਿਣ ਲੱਗਾ, ਮੈਂ ਰਿਖੀ ਜੰਗਲ ਵਿੱਚ ਰਹਿਣ ਵਾਲਾ, ਮੈਂ ਤੇ ਕਦੇ ਔਰਤ ਦੇ ਮੱਥੇ ਨਹੀਂ ਲੱਗਾ, ਮੈਂ ਤੇ ਪ੍ਰਸ਼ਾਦਾ ਵੀ ਆਪੇ ਬਣਾ ਕੇ ਛਕਦਾ, ਮੈਂ ਤੇ ਜੰਗਲ ਵਿੱਚ ਰਹਿੰਦਾ, ਹਰ ਵੇਲੇ ਰੱਬ ਰੱਬ ਕਰਦਾ। ਜਿਹਨੂੰ ਮੈਂ ਗੁਰੂ ਬਣਾਉਣ ਆਇਆ ਇਹ ਤੇ ਨਾਚ ਵੇਖਦਾ ਪਿਆ, ਇਹ ਤੇ ਮੇਰੇ ਨਾਲੋਂ ਥੱਲੇ ਹੋਇਆ, ਮੈਂ ਤੇ ਪਹਿਲਾਂ ਹੀ ਇਹਦੇ ਨਾਲੋਂ ਉੱਚਾ ਹਾਂ। ਇਹੋ ਜਿਹਾ ਭਰਮ ਪੈ ਗਿਆ। ਉਹ ਜਾਣ ਗਏ। ਸਿੰਘਾਸਨ ਤੇ ਬੈਠੇ ਜਨਕ ਜੀ ਨੇ ਜਾਣ ਲਿਆ ਵੀ ਇਹ ਬੰਦਾ ਮੈਨੂੰ ਗੁਰੂ ਬਣਾਉਣ ਆਇਆ, ਔਰ ਇਹ ਸੋਚਦਾ ਇਹ ਪਿਆ ਵੀ ਮੈਂ ਇਹਦੇ ਨਾਲੋਂ ਥੱਲੇ ਹਾਂ ਅਤੇ ਇਹ ਮੇਰੇ ਨਾਲੋਂ ਉੱਤੇ ਹੈ, ਵੀ ਮੈਂ ਜੰਗਲ ਵਿੱਚ ਰਹਿੰਦਾ। ਜ਼ਰੂਰੀ ਨਹੀਂ ਹੈ ਵੀ ਜੰਗਲ ਵਿੱਚ ਰਹਿ ਕੇ ਬੰਦਾ ਵੱਡਾ ਹੋ ਜਾਂਦਾ ਹੈ। ਜਨਕ ਜੀ ਨੇ ਸੋਚਿਆ ਪਰਖ ਤੇ ਕਰੀਏ ਥੋੜ੍ਹੀ ਜਿਹੀ ਵੀ ਕਿੱਡਾ ਕੁ ਵੱਡਾ ਹੈ। ਜਾਣ ਬੁੱਝ ਕੇ ਆਪਣੀ ਡਿਊਟੀ ਨੂੰ ਅੱਗ ਲਵਾ ਦਿੱਤੀ। ਇੱਕ ਸਿਪਾਹੀ ਦੌੜ ਕੇ ਆਇਆ, ਜੀ ਆਪਣੀ ਡਿਊਟੀ ਨੂੰ ਅੱਗ ਲੱਗ ਗਈ। ਅਜੇ ਸਿਪਾਹੀ ਨੇ ਦੱਸਿਆ ਹੀ ਹੈ, ਉਹ ਜਿਹੜਾ ਕਹਿੰਦਾ ਸੀ ਨਾ ਮੈਂ ਜੰਗਲ ਵਿੱਚ ਰਹਿੰਦਾ, ਮੈਂ ਤੇ ਰਿਖੀ ਹਾਂ, ਮੈਂ ਤੇ ਸਾਧੂ ਹਾਂ, ਮੈਂ ਤੇ ਆਪਣਾ ਪ੍ਰਸ਼ਾਦਾ ਆਪ ਬਣਾ ਕੇ ਛਕਦਾ, ਮੈਂ ਤੇ ਇਸਤਰੀ ਦੇ ਮੱਥੇ ਨਹੀਂ ਲੱਗਦਾ। ਉਹ ਦੌੜ ਪਿਆ ਬਾਹਰ ਨੂੰ, ਭੱਜ ਪਿਆ। ਜਨਕ ਜੀ ਨੇ ਪੁੱਛਿਆ, ਕਹਿਣ ਲੱਗੇ ਕਿੱਧਰ ਚੱਲੇ ਰਿਖੀ ਜੀ ਦੌੜ ਕੇ? ਕਹਿੰਦਾ ਜੀ ਮੇਰੀਆਂ ਉੱਥੇ ਲੱਕੜ ਦੀਆਂ ਖੜਾਵਾਂ ਪਈਆਂ ਜਿੱਥੇ ਤੁਹਾਡੀ ਡਿਊਟੀ ਨੂੰ ਅੱਗ ਲੱਗੀ ਹੋਈ ਹੈ। ਇੱਕ ਮੇਰਾ ਸੋਟਾ ਵੀ ਪਿਆ ਹੋਇਆ, ਇੱਕ ਮੇਰਾ ਪਾਟਾ ਪੁਰਾਣਾ ਜਿਹਾ ਕੰਬਲ ਵੀ ਪਿਆ ਹੋਇਆ, ਮੈਂ ਉੱਥੇ ਛੱਡ ਕੇ ਆਇਆ। ਜੇ ਤੁਹਾਡੀ ਡਿਊਟੀ ਸੜੇਗੀ ਤਾਂ ਮੇਰੀਆਂ ਖੜਾਵਾਂ ਵੀ ਤਾਂ ਸਾੜੀ ਜਾਣਗੀਆਂ, ਮੇਰਾ ਕੰਬਲ ਵੀ ਸੜ ਜਾਏਗਾ। ਜਨਕ ਜੀ ਹੱਸ ਪਏ, ਕਹਿਣ ਲੱਗੇ ਹੁਣੇ ਤੇ ਤੂੰ ਸੋਚਦਾ ਪਿਆ ਸੀ ਵੀ ਤੂੰ ਬੜਾ ਵੱਡਾ ਰਿਖੀ ਹੈ, ਅਸੀਂ ਤੇ ਸੰਸਾਰ ਵਿੱਚ ਫਸੇ ਹਾਂ, ਸਾਡੀ ਡਿਊਟੀ ਨੂੰ ਅੱਗ ਲੱਗੀ ਹੈ, ਸਾਡਾ ਲੱਖਾਂ ਦਾ ਸਮਾਨ ਸੜਦਾ ਪਿਆ, ਅਸੀਂ ਤੇ ਬੈਠੇ ਹੋਏ ਹਾਂ, ਤੇਰੀਆਂ 2 ਪੈਸੇ ਦੀਆਂ ਖੜਾਵਾਂ ਨੇ, ਤੂੰ ਤੇ ਉਹਨਾਂ ਦਾ ਮੋਹ ਨਹੀਂ ਛੱਡ ਸਕਿਆ, ਕਾਹਦਾ ਰਿਖੀ ਆ ਤੂੰ, ਕੀ ਤੇਰਾ ਜੰਗਲ ਵਿੱਚ ਰਹਿਣਾ। ਜਦੋਂ ਇਹ ਗੱਲ ਸੁਣੀ ਫਿਰ ਭੱਜ ਕੇ ਪੈਰ ਫੜ ਲਿਆ, ਮਾਫੀ ਦੇ ਦਿਓ। ਕਹਿਣ ਲੱਗੇ ਨਾ ਹੁਣ ਨਹੀਂ ਮਿਲੇਗੀ, ਹੁਣ ਨਹੀਂ ਮਿਲੇਗੀ, ਤੇਰੇ ਮਨ ਵਿੱਚ ਸ਼ੰਕਾ ਆ ਗਿਆ, ਹੁਣ ਮਾਫੀ ਨਹੀਂ ਹੈ, ਨਾ ਮੈਂ ਤੇਰਾ ਗੁਰੂ ਬਣਨਾ ਹੈ, ਜਾ ਚਲੇ ਜਾ ਜਿੱਧਰੋਂ ਆਇਆ। ਫਿਰ ਜਾ ਕੇ ਸ਼ਰਧਾ ਬਣੀ ਵੀ ਇਹ ਮੈਂ ਕੀ ਕਰ ਬੈਠਾ। ਫਿਰ ਜਾ ਕੇ ਬਾਰ-ਬਾਰ ਖੜ ਗਿਆ, ਮਹਿਲ ਦੇ ਬਾਹਰਲੇ ਪਾਸੇ ਖੜ ਗਿਆ ਵੀ ਜਾਣਾ ਨਹੀਂ, ਗੁਰੂ ਤੁਹਾਨੂੰ ਹੀ ਬਣਾਉਣਾ ਹੈ। ਜਨਕ ਜੀ ਨੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ ਵੀ ਇਹ ਬੰਦਾ ਮਹਿਲ ਦੇ ਅੰਦਰ ਨਹੀਂ ਆਉਣਾ ਚਾਹੀਦਾ, ਮਹਿਲ ਤੋਂ ਬਾਹਰ ਖੜਾ ਕਰਕੇ ਰੱਖੋ। 1 ਦਿਨ ਨਹੀਂ, 2 ਦਿਨ ਨਹੀਂ, 12 ਸਾਲ ਮਹਿਲ ਦੇ ਬਾਰ-ਬਾਰ ਖਲੋਤਾ ਰਿਹਾ। 12 ਸਾਲ। ਜਦੋਂ ਜਨਕ ਜੀ ਨੇ ਪ੍ਰਸ਼ਾਦਾ ਛਕਣਾ, ਲੋਕ ਪੱਤਲਾਂ 'ਤੇ ਛਕਦੇ ਸਨ, ਕੇਲੇ ਦੇ ਪੱਤਿਆਂ 'ਤੇ ਰੱਖ ਕੇ ਪ੍ਰਸ਼ਾਦਾ ਛਕਣਾ। ਉਹਨਾਂ ਨੇ ਰੋਟੀ ਖਾ ਕੇ ਜਿਹੜੇ ਪਾਸੇ ਇਹ ਖਲੋਤਾ ਹੁੰਦਾ ਸੀ ਨਾ, ਮਹਿਲ ਦੀ ਉਹ ਤਾਕੀ ਖੋਲ੍ਹ ਕੇ ਉਹ ਪੱਤਲਾਂ ਉੱਧਰ ਦੀ ਸੁੱਟਣੀਆਂ ਵੀ ਇਹਦੇ ਸਿਰ ਵਿੱਚ ਜਾ ਕੇ ਪੱਤਲਾਂ ਡਿੱਗਣ। ਜਾ ਕੇ ਉਹਨਾਂ ਪੱਤਲਾਂ ਨੂੰ ਸਬਜ਼ੀ ਭਾਜੀ ਲੱਗੀ ਹੁੰਦੀ, ਜਾ ਕੇ ਸਿਰ ਵਿੱਚ ਪੈਂਦੀਆਂ। ਕੋਈ ਬੁਰਾ ਨਾ ਮਨਾਉਂਦਾ, ਕੋਈ ਨਹੀਂ, ਮੇਰੇ ਗੁਰੂ ਨੇ ਛਕਿਆ ਹੈ, ਹੁਣ ਮਨ ਸਿੱਧਾ ਹੋਇਆ। ਜਾ ਕੇ 12 ਸਾਲ ਉਹ ਪੱਤਲਾਂ ਸਿਰ ਵਿੱਚ ਪੈਂਦੀਆਂ ਰਹੀਆਂ, 12 ਸਾਲ ਖਲੋਤਾ ਰਿਹਾ। ਫਿਰ ਜਾ ਕੇ ਉਹਨਾਂ ਨੇ ਆਖਿਆ ਆ ਜਾ, ਹੁਣ ਤੇਰਾ ਮਨ ਟਿਕਾਣੇ ਗਿਆ ਹੈ। ਜਿਹੜਾ ਕਹਿੰਦਾ ਸੀ ਨਾ ਵੀ ਇਹ ਗੁਰੂ ਛੋਟਾ ਤੇ ਮੈਂ ਵੱਡਾ, ਉਹ ਮਨ ਜਾ ਕੇ ਹੁਣ ਟਿਕਾਣੇ ਤੇ ਲੱਗਾ ਹੈ। ਜੂਠਨ ਜੂਠ ਪਈ ਸਿਰ ਉੱਪਰ, ਖਿੰਨ ਮਨੂਆ ਤਿਲ ਨਾ ਡਲਾਵੈ ਗੋ। ਮਹਾਰਾਜ ਨੇ ਬਾਣੀ ਵਿੱਚ ਬਚਨ ਲਿਖ ਦਿੱਤਾ ਕਿ ਜੂਠੀਆਂ ਪੱਤਲਾਂ ਸਿਰ ਵਿੱਚ ਪਈਆਂ, ਫਿਰ ਮਨ ਇਹੋ ਜਿਹਾ ਟਿਕਿਆ, ਡੋਲਿਆ ਨਹੀਂ, ਗੁਰੂ ਤੇ ਇਹਨੂੰ ਹੀ ਬਣਾਵਾਂਗਾ। ਇਹ ਹਉਮੈ ਹੈ। ਕਈ ਵਾਰੀ ਬਚਨ ਆ ਜਾਂਦਾ ਵੀ ਮੈਂ ਤੇ ਬੜਾ ਤਿਆਗੀ ਵਿਰਾਗੀ ਹਾਂ, ਮੈਨੂੰ ਕੀ ਲੋੜ ਹੈ ਗੁਰੂ ਬਣਾਉਣ ਦੀ। ਬਚਨ ਆਪਾਂ ਇੱਥੋਂ ਸ਼ੁਰੂ ਕੀਤਾ ਸੀ ਵੀ ਮੈਨੂੰ ਗੁਰੂ ਬਣਾਉਣ ਦੀ ਲੋੜ ਨਹੀਂ। ਸਾਡੇ ਵਿੱਚ ਵੀ ਕਈ ਆਖ ਦਿੰਦੇ ਮੇਰਾ ਤੇ ਮਨ ਸਾਫ਼ ਹੈ, ਮੈਂ ਅੰਮ੍ਰਿਤ ਕਿਉਂ ਛਕਾਂ। ਮਨ ਤੇ ਉਹ ਜਿਹੜਾ ਰਿਖੀ ਆਇਆ ਸੀ ਜੰਗਲ ਵਿੱਚ, ਉਹਦਾ ਵੀ ਬੜਾ ਸਾਫ਼ ਸੀ। ਚੁਆਨੀ ਦੀਆਂ ਖੜਾਵਾਂ ਪਿੱਛੇ ਭੱਜ ਪਿਆ ਬਾਹਰ ਨੂੰ, ਤੇ ਫਿਰ 12 ਸਾਲ ਜੂਠ ਸਿਰ ਵਿੱਚ ਪਵਾਈ। ਇਹ ਜਿਹੜੀ ਹਉਮੈ ਹੈ ਨਾ, ਇਹ ਬੰਦੇ ਨੂੰ ਗੁਰੂ ਕੋਲ ਜਾਣ ਨਹੀਂ ਦਿੰਦੀ। ਫਿਰ ਅਸੀਂ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਸਮਝਦੇ ਹਾਂ, ਫਿਰ ਅਸੀਂ ਮੁਕਤ ਵੀ ਨਹੀਂ ਹੁੰਦੇ ਹਾਂ। ਮਹਾਰਾਜ ਬਚਨ ਕਰਦੇ, ਕਹਿਣ ਲੱਗੇ ਅੰਤਰੇ ਹਉਮੈ, ਬੰਦਿਆ ਤੇਰੇ ਅੰਦਰ ਹਉਮੈ ਦੇ ਗੁਬਾਰ ਭਰੇ ਹੋਏ, ਹਉਮੈ ਦੀਆਂ ਪੰਡਾਂ ਭਰੀਆਂ। ਗੁਰੂ ਨੂੰ ਛੋਟਾ, ਆਪ ਨੂੰ ਵੱਡਾ
ਸਵਾਲ ਇਹ ਹੈ ਵੀ ਸੰਸਾਰ ਕਿਉਂ ਨਹੀਂ ਤਰਿਆ ਜਾਂਦਾ। ਸੰਸਾਰ ਤਾਂ ਨਹੀਂ ਤਰਿਆ ਜਾਂਦਾ ਕਿਉਂਕਿ ਤੇਰੇ ਮਨ ਵਿੱਚ ਹਉਮੈ ਹੈ। ਪੱਥਰ ਸਿਰ ਤੇ ਚੁੱਕਣਾ, ਦਰਿਆ ਲੰਘਣਾ ਬੜਾ ਔਖਾ ਹੈ। ਪੱਥਰ ਨੇ ਡੁੱਬਣਾ, ਨਾਲ ਤੈਨੂੰ ਵੀ ਡੁੱਬਣਾ ਹੈ। ਇਸ ਸੰਸਾਰ ਵਿੱਚ ਹਉਮੈ ਦਾ ਪੱਥਰ ਚੁੱਕ ਕੇ ਤੁਰੇਗਾ। ਹਉਮੈ ਨੇ ਕਈਆਂ ਨੂੰ ਡੁੱਬਿਆ ਹੈ, ਤੈਨੂੰ ਵੀ ਹਉਮੈ ਨਹੀਂ ਡੁੱਬ ਦੇਣਾ ਹੈ। ਤਾਂ ਮਹਾਰਾਜ ਨੇ ਆਖਿਆ ਸੰਸਾਰ ਤਰਨਾ ਔਖਾ ਹੈ। ਦੂਜਾ ਬਚਨ ਮਹਾਰਾਜ ਨੇ ਲਿਖਿਆ ਮਮਤਾ। ਮਮਤਾ ਕਹਿੰਦੇ ਮੋਹ। ਦੂਜਾ ਪੱਥਰ ਮੋਹ ਦਾ ਚੁੱਕਿਆ ਹੋਇਆ। ਮੋਹ ਨਹੀਂ ਪਾਰ ਹੋਣ ਦਿੰਦਾ। ਪੁੱਤ ਪੋਤਰੇ ਗਾਲਾਂ ਦਿੰਦੇ ਨਾ, ਮਾੜਾ ਬੋਲਦੇ, ਜਾ ਬਜ਼ੁਰਗਾ ਬਾਹਰ ਨਿਕਲ ਜਾ, ਤੂੰ ਖੰਘਦਾ ਰਹਿਣਾ, ਹਰ ਵੇਲੇ ਬੋਲਦਾ ਰਹਿਣਾ, ਥੁੱਕਦਾ ਰਹਿਣਾ। ਬੜੀ ਬੇਇੱਜ਼ਤੀ ਕੀਤੀ, ਬਾਹਰ ਨਿਕਲ ਗਿਆ। ਕਿਸੇ ਨੇ ਆਖਿਆ ਤੇਰੇ ਕੋਲ ਇੰਨਾ ਧਨ ਪਦਾਰਥ ਹੈ, ਤੂੰ ਕਿਉਂ ਗਾਲਾਂ ਖਾਂਦਾ? ਫਿਰ ਅੱਗੇ ਮੋਹ ਆ ਗਿਆ, ਕਹਿਣ ਲੱਗਾ ਜੇ ਮੇਰੇ ਨੇ ਤਾਂ ਹੀ ਗਾਲਾਂ ਕੱਢਦੇ ਨਾ, ਦੂਜੇ ਦੇ ਹੁੰਦੇ ਤੇ ਕਿਉਂ ਕੱਢਦੇ? ਮੇਰੇ ਨੇ, ਮੇਰੇ ਮੈਨੂੰ ਗਾਲਾਂ ਕੱਢੀ ਜਾਣ, ਮੈਨੂੰ ਕੋਈ ਗੁੱਸਾ ਨਹੀਂ ਹੈ। ਇਹ ਮੋਹ ਹੈ। ਮਹਾਰਾਜ ਕਹਿਣ ਲੱਗੇ ਮੋਹ ਦਾ ਪੱਥਰ ਚੁੱਕਿਆ। ਪੱਥਰ ਤੇ ਇੱਕ ਚੁੱਕਣਾ ਔਖਾ, ਦੋ ਚੁੱਕੀ ਬੈਠਾ ਹੈ। ਕਿਵੇਂ ਤਰੇਗਾ ਸੰਸਾਰ ਵਿੱਚੋਂ? ਤੀਜਾ ਬਚਨ ਮਹਾਰਾਜ ਨੇ ਲਿਖਿਆ ਕਾਮ। ਕਾਮ ਦੀ ਵਾਸ਼ਨਾ। ਸਰੀਰ ਬੁੱਢਾ ਹੋ ਗਿਆ ਹੈ, ਵਾਸ਼ਨਾ ਬੁੱਢੀ ਨਹੀਂ ਹੁੰਦੀ ਹੈ। ਇਹ ਕੋਈ ਮਤਾ ਕਵੇ ਕਿ ਇਹ ਬਜ਼ੁਰਗ ਹੋ ਗਿਆ ਹੈ, ਇਹ ਵਾਸ਼ਨਾ ਵੱਲੋਂ ਮੁਕਤ ਹੋ ਗਿਆ ਹੋਵੇਗਾ। ਵਾਸ਼ਨਾ ਕਦੇ ਮੁਕਤ ਤੋਂ ਨਹੀਂ ਹੁੰਦੀ। ਵਾਸ਼ਨਾ ਜਵਾਨ ਨੂੰ ਵੀ ਹੈ, ਵਾਸ਼ਨਾ ਬਜ਼ੁਰਗ ਨੂੰ ਵੀ ਹੈ। ਇਹ ਵਾਸ਼ਨਾ ਦਾ ਤੀਜਾ ਪੱਥਰ ਹੈ। ਸਮਾਂ ਨਹੀਂ ਆਪਣੇ ਕੋਲ, ਸਮਾਂ ਸੀਮਤ ਹੈ, ਸ਼ਬਦ ਹਾਲੇ ਬਾਕੀ ਹੈ। ਚੌਥਾ ਬਚਨ ਮਹਾਰਾਜ ਨੇ ਲਿਖਿਆ ਕ੍ਰੋਧ। ਚੌਥਾ ਪੱਥਰ ਕ੍ਰੋਧ ਦਾ ਚੁੱਕਿਆ, ਗੁੱਸੇ ਦਾ। ਹਰ ਵੇਲੇ ਲੜਦਾ ਹੈ। ਗੁੱਸਾ ਤੇ ਬਚਪਨ ਵਿੱਚ ਵੀ ਆਉਂਦਾ, ਬੱਚਾ ਵੀ ਚੀਜ਼ਾਂ ਚੁੱਕ ਚੁੱਕ ਕੇ ਸੁੱਟਦਾ ਪਰੇ, ਗੁੱਸੇ ਵਿੱਚ ਆਇਆ, ਬੁਲਾਉਂਦਾ ਨਹੀਂ ਹੈ, ਮੂੰਹ ਮੋਟਾ ਕਰਕੇ ਬੈਠ ਜਾਂਦਾ। ਗੁੱਸਾ ਤੇ ਜਵਾਨ ਨੂੰ ਵੀ ਆਉਂਦਾ ਹੈ, ਤੇ ਗੁੱਸਾ ਤੇ ਬਜ਼ੁਰਗ ਨੂੰ ਵੀ ਆਉਂਦਾ। ਬਜ਼ੁਰਗ ਨੂੰ ਸਗੋਂ ਜ਼ਿਆਦਾ ਆਉਂਦਾ, ਕਿਉਂਕਿ ਸਹਿਣ ਸ਼ਕਤੀ ਖਤਮ ਹੋ ਜਾਂਦੀ ਜਾ ਕੇ। ਇਹ ਗੁੱਸੇ ਦਾ ਪੱਥਰ ਜਿਹੜਾ ਇਹ ਵੀ ਹਰ ਵੇਲੇ ਚੁੱਕਿਆ ਹੋਇਆ ਹੈ। ਕ੍ਰੋਧ ਹਰ ਵੇਲੇ ਆਈ ਜਾਂਦਾ ਹੈ। ਤੇ ਕ੍ਰੋਧ ਬੜੀ ਵੱਡੀ ਇੱਕ ਬਿਪਤਾ ਹੈ, ਜਿਹੜੀ ਦੁੱਖ ਵਿੱਚ ਪਾਵੇਗੀ, ਮੁਸੀਬਤ ਵਿੱਚ ਪਾਵੇਗੀ। ਚਾਰ ਪੱਥਰ ਤੇ ਚੁੱਕੀ ਬੈਠਾ। ਮਹਾਰਾਜ ਕਹਿਣ ਲੱਗੇ ਪੰਜਵਾਂ ਭਾਰ ਇਹ ਚੁੱਕਿਆ ਚਤੁਰਾਈ, ਚਲਾਕੀ, ਬਾਂਦਰ ਵਾਲੀ। ਮੇਰੇ ਵਰਗਾ ਚਲਾਕ ਤੇ ਹੈ ਕੋਈ ਨਹੀਂ, ਮੇਰੇ ਵਰਗਾ ਤੇ ਸਿਆਣਾ ਹੈ ਕੋਈ ਨਹੀਂ, ਮੇਰੇ ਵਰਗਾ ਕਾਨੂੰਨ ਦਾ ਘਾੜਾ ਕੋਈ ਨਹੀਂ ਹੈ। ਮੈਂ ਹੀ ਕਾਨੂੰਨ ਬਣਾ ਸਕਦਾ, ਮੈਂ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਲੈ ਸਕਦਾ। ਇਹ ਚਤੁਰਾਈ ਜਿਹੜੀ ਹੈ ਨਾ, ਮਹਾਰਾਜ ਕਹਿਣ ਲੱਗੇ ਚਤੁਰਾਈ ਨਾ ਚਤੁਰ ਭੁਜ ਪਾਈਐ। ਬਚਨ ਇਹ ਆ ਗਿਆ ਵੀ ਸੰਸਾਰ ਤਰਨਾ ਔਖਾ ਕਿਉਂ ਹੈ। ਸੰਸਾਰ ਤਰਨਾ ਇਸ ਕਰਕੇ ਔਖਾ ਹੈ। ਇੱਕ ਹਉਮੈ ਹੈ, ਇੱਕ ਮੋਹ ਹੈ, ਇੱਕ ਕਾਮ ਹੈ, ਇੱਕ ਕ੍ਰੋਧ ਹੈ, ਇੱਕ ਚਤੁਰਾਈ ਹੈ। ਗੁਰਮੁਖੋ ਔਗਣ ਤੇ ਇੱਕ ਹੀ ਮਾੜਾ ਹੁੰਦਾ ਹੈ। ਜਿਹਦੇ ਕੋਲ ਇੰਨੇ ਹੋਣ ਉਹਦਾ ਤੇ ਫਿਰ ਰੱਬ ਹੀ ਰਾਖਾ ਹੈ। ਤਾਂ ਕਰਕੇ ਨਹੀਂ ਸੰਸਾਰ ਤਰਿਆ ਜਾਂਦਾ। ਮਹਾਰਾਜ ਕਹਿਣ ਲੱਗੇ ਤਰਨਾ ਬੜਾ ਔਖਾ ਹੈ। ਅੰਤਰ ਚਤੁਰਾਈ ਥਾਏ ਨਾ ਪਾਈ। ਅੰਦਰ ਚਤੁਰਾਈ ਹੈ, ਬਾਹਰੋਂ ਬਣਦਾ ਭੋਲਾ ਭਾਲਾ, ਬੜਾ ਸ਼ਰੀਫ, ਮੈਨੂੰ ਤੇ ਦੁਨੀਆਦਾਰੀ ਦਾ ਕੋਈ ਪਤਾ ਨਹੀਂ, ਪਰ ਅੰਦਰ ਬੜਾ ਚਲਾਕ ਹੈ, ਅੰਦਰ ਚਤੁਰਾਈ ਹੈ। ਇਸ ਕਰਕੇ ਥਾਂ ਨੂੰ ਪ੍ਰਾਪਤ ਨਹੀਂ ਕਰਦਾ ਹੈ। ਜਨਮ ਗਵਾਇਆ। ਮਨਮੁਖ ਬੰਦੇ ਦਾ ਜਨਮ ਤੇ ਵਿਅਰਥ ਹੀ ਚਲੇ ਗਿਆ, ਉਹ ਕੰਮ ਨਹੀਂ ਆਇਆ। ਮਨਮੁਖ ਬੰਦਾ ਆਪਣਾ ਜਨਮ ਵਿਅਰਥ ਗਵਾ ਕੇ ਚਲੇ ਜਾਂਦਾ ਹੈ। ਜਮਗ ਦੁੱਖ ਪਾਵੇ ਚੋਟਾਂ ਖਾਵਾ। ਜਦੋਂ ਜਮਾਂ ਦੇ ਰਾਹ ਤੇ ਤੁਰਦਾ ਹੈ ਨਾ, ਜਮ ਲੈ ਕੇ ਤੁਰਦੇ, ਉਦੋਂ ਫਿਰ ਜਾਂਦਿਆਂ ਰਾਹ ਦੇ ਵਿੱਚ ਉਹਦੀ ਸੇਵਾ ਕਰਦੇ ਜਾਂਦੇ ਹੋ। ਜਾਂਦਿਆਂ ਵੀ ਰਸਤੇ ਵਿੱਚ ਹੀ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਮਾਰ ਮਾਰ ਕੇ ਲੈ ਕੇ ਜਾਂਦੇ। ਕਹਿਣ ਲੱਗੇ ਜਮਾਂ ਦੇ ਰਾਹ ਤੇ ਤੁਰਿਆ ਫਿਰ ਬੜੀਆਂ ਚੋਟਾਂ ਖਾਂਦਾ ਹੈ। ਅੰਤ ਗਿਆ ਪਛਤਾਇਆ। ਹੁਣ ਅੰਤ ਸਮਾਂ ਆ ਗਿਆ, ਹੁਣ ਤੇ ਪਛਤਾਵਾ ਹੀ ਰਹਿ ਗਿਆ ਨਾ। ਜਦੋਂ ਸਭ ਕੁਝ ਹੱਥੋਂ ਨਿਕਲ ਜਾਵੇ ਫਿਰ ਤੇ ਪਛਤਾਤਾਪ ਹੀ ਵਿਅਕਤੀ ਕਰ ਸਕਦਾ, ਹੋਰ ਕੁਝ ਨਹੀਂ ਹੈ। ਨਾਮ ਕੋ ਬੇਲੀ ਨਹੀਂ। ਮਹਾਰਾਜ ਕਹਿਣ ਲੱਗੇ ਉਹ ਬੰਦਿਆ, ਨਾਮ ਤੋਂ ਬਿਨਾਂ ਤੇਰਾ ਕੋਈ ਮਿੱਤਰ ਨਹੀਂ ਹੋਏਗਾ। ਮੈਂ ਕਹਾਂਗਾ ਕਿਉਂ ਨਹੀਂ ਹੈਗਾ ਭਾਈ, ਮੇਰੇ ਭਰਾ ਨੇ, ਮੇਰੇ ਚਾਚੇ ਤਾਏ, ਮੇਰੇ ਸਾਕ ਸੰਬੰਧੀ, ਮੇਰੇ ਪੈਰ ਵਿੱਚ ਕੰਡਾ ਵੱਜੇ ਤੇ ਭੱਜੇ ਆਉਂਦੇ ਉਸੇ ਵੇਲੇ ਵੀ ਕੰਡਾ ਕਿਉਂ ਵੱਜਿਆ।
ਪਰ ਮਹਾਰਾਜ ਕਹਿਣ ਲੱਗੇ ਹਨ, ਪੁੱਤ ਕੁਟੰਬ ਸੁਤ ਭਾਈ। ਮਹਾਰਾਜ ਕਹਿਣ ਲੱਗੇ ਭਾਵੇਂ ਪੁੱਤਰ ਤੇਰਾ ਇੱਕ ਹੋਵੇ ਤੇ ਭਾਵੇਂ ਹੋਵੇ ਕਈ, ਜਦੋਂ ਤੇਰਾ ਅੰਤ ਸਮਾਂ ਆ ਗਿਆ ਨਾ, ਕਈ ਵਿੱਚੋਂ ਇੱਕ ਵੀ ਗਾਹ ਨਹੀਂ ਹੁੰਦਾ ਹੈ। ਪੁੱਤਰਾਂ ਨੇ ਨਹੀਂ ਬਚਾਉਣਾ ਹੈ ਜਮਾਂ ਦੀ ਮਾਰ ਤੋਂ, ਨਾ ਮੌਤ ਤੋਂ। ਦੂਜਾ ਬਚਨ ਮਹਾਰਾਜ ਨੇ ਲਿਖਿਆ ਕੁਟੰਬ। ਕੁਟੰਬ ਕਹਿੰਦੇ ਪਰਿਵਾਰ, ਜਿਹਦੇ ਵਿੱਚ ਬਾਕੀ ਰਿਸ਼ਤੇਦਾਰੀਆਂ ਆ ਗਈਆਂ, ਮਾਮੇ ਆ ਗਏ, ਚਾਚੇ ਆ ਗਏ, ਹੋਰ ਰਿਸ਼ਤੇਦਾਰ, ਸਾਲੇ ਸਹੁਰੇ ਆ ਗਏ, ਵੱਡੇ ਛੋਟੇ ਆ ਗਏ, ਜੰਮਦੇ ਕੋਲੋਂ ਕੋਈ ਨਹੀਂ ਬਚਾਵੇਗਾ। ਤੀਜਾ ਬਚਨ ਮਹਾਰਾਜ ਨੇ ਲਿਖਿਆ ਪੁੱਤਰ। ਪੁੱਤ ਕੁਟੰਬ ਸੁਤ ਭਾਈ, ਨਾ ਭਰਾਵਾਂ ਨੇ, ਨਾ ਭਰਾਵਾਂ ਦੇ ਅੱਗੇ ਪੁੱਤਰਾਂ ਨੇ, ਭਤੀਜਿਆਂ ਨੇ, ਭਣੇਵਿਆਂ ਨੇ। ਬਿਨ ਨਾਵੈ ਕੋ ਬੇਲੀ ਨਾਹੀ, ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਹੈ। ਰਿਸ਼ਤੇਦਾਰੀ ਭਾਵੇਂ ਕਿੰਨੀ ਵੀ ਗੂੜੀ ਹੋਵੇ, ਤੂੰ ਮਾੜਾ ਜਿਹਾ ਕਿਤੇ ਕਹਿ ਦੇ ਵੀ ਮੈਨੂੰ ਆਹ ਬਿਮਾਰੀ ਲੱਗੀ ਹੈ, ਇਹ ਬਿਮਾਰੀ ਛੂਤ ਦੀ ਹੈ, ਤੇ ਜੇ ਅਗਲਾ ਤੇਰੇ ਵਾਲੀ ਸੀਟ ਛੱਡ ਕੇ ਦੂਜੀ ਸੀਟ ਤੇ ਨਾ ਹੋ ਗਿਆ ਤੇ ਤਾਂ ਕਵੀ। ਇਹ ਐਸਾ ਹੈ ਦੁਨੀਆ ਦਾ ਪਸਾਰਾ। ਹਰੇਕ ਬੰਦੇ ਨੂੰ ਆਪਣਾ ਡਰ ਬਣਿਆ ਹੈ। ਨਾਨਕ ਮਾਇਆ ਮੋਹ ਪਸਾਰਾ। ਇਹ ਭਾਈ ਮਾਇਆ ਦਾ ਹੀ ਸਾਰਾ ਪਸਾਰਾ। ਜਿੰਨੇ ਆਪਣੇ ਸਰੀਰ ਵੀ ਮਾਇਆ ਹੀ ਨੇ। ਇਹ ਸਭ ਕੁਝ ਦੁਨੀਆ ਦਾ ਪਸਾਰਾ ਰੱਬ ਨੇ ਮਾਇਆ ਦਾ ਬਣਾਇਆ ਹੈ। ਆਗੇ ਸਾਥ ਨਾ ਜਾਈ। ਪਰ ਗੁਰਮੁਖੋ ਗੱਲ ਇਹ ਹੈ, ਪਸਾਰਾ ਤੇ ਮਾਇਆ ਦਾ ਹੀ ਹੈ, ਪਰ ਨਾਲ ਨਹੀਂ ਜਾਂਦਾ। ਹੁਣ ਮੰਨ ਲਓ ਆਪਣਾ ਸਰੀਰ ਹੈ, ਸਰੀਰ ਵੀ ਤੇ ਮਾਇਆ ਹੈ, ਪਰ ਜਦੋਂ ਅਸੀਂ ਜਮਾਂ ਦੇ ਕੋਲ ਜਾਣਾ, ਸਰੀਰ ਤੇ ਉੱਥੇ ਵੀ ਨਹੀਂ ਜਾਣਾ, ਸਰੀਰ ਵੀ ਇੱਥੇ ਰਹਿ ਜਾਣਾ ਹੈ। ਨਾਨਕ ਮਾਇਆ ਮੋਹ ਪਸਾਰਾ। ਇਹ ਪਸਾਰਾ ਸਾਰਾ ਹੈ ਮਾਇਆ ਦਾ, ਪਰ ਇਹ ਮਾਇਆ ਨਾਲ ਨਹੀਂ ਜਾਂਦੀ। ਨਾ ਘਰ, ਨਾ ਪਰਿਵਾਰ, ਤੇ ਨਾ ਇਹ ਸਰੀਰ। ਇਹ ਸਭ ਕੁਝ ਇੱਥੇ ਹੀ ਬੰਦੇ ਦਾ ਰਹਿ ਜਾਂਦਾ ਹੈ। ਪੁੱਛੋ ਆਪਣਾ ਸਤਿਗੁਰ ਦਾਤਾ। ਮੈਂ ਆਪਣੇ ਸਤਿਗੁਰੂ ਜੀ ਨੂੰ ਜਾ ਕੇ ਪੁੱਛਣਾ ਕਰਾਂ। ਬਿਨ ਬਿਦ ਦੁੱਤਰ ਤਰਿਐ ਰਾਮ। ਇਹ ਸਵਾਲ ਹੈ। ਮਹਾਰਾਜ ਮਨਮੁਖ ਨੇ ਤੇ ਨਹੀਂ ਤਰਿਆ ਸੰਸਾਰ, ਪਰ ਮੈਂ ਤਰਨਾ ਚਾਹੁੰਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਪੁੱਛਿਆ, ਮਹਾਰਾਜ ਦੱਸੋ ਵੀ ਮੈਂ ਕਿਵੇਂ ਤਰਾਂਗਾ। ਜਦੋਂ ਅਸੀਂ ਗੁਰੂ ਨੂੰ ਪੁੱਛਦੇ ਹਾਂ ਤੇ ਫਿਰ ਮਹਾਰਾਜ ਅੱਗੋਂ ਜਵਾਬ ਵੀ ਦਿੰਦੇ ਹਨ। ਸਤਿਗੁਰ ਭਾਏ ਚਲੋ। ਮਹਾਰਾਜ ਕਹਿਣ ਲੱਗੇ, ਜੇ ਦੁਨੀਆ ਤੋਂ ਤਰਨਾ ਚਾਹੁੰਦਾ ਹੈ ਤੇ ਗੁਰੂ ਦੇ ਦੱਸੇ ਰਾਹ ਤੇ ਚੱਲ। ਫਿਰ ਹੁਣ ਗੁਰੂ ਦਾ ਰਾਹ ਕੀ ਹੈ? ਗੁਰੂ ਦਾ ਰਾਹ ਤੇ ਇਹ ਹੈ ਨਾ ਵੀ ਅੰਮ੍ਰਿਤ ਵੇਲੇ ਉੱਠਣਾ, ਇਹ ਵੀ ਤੇ ਰਾਹ ਹੀ ਹੈ। ਉਦੋਂ ਆਪਾਂ ਰਜਾਈ ਖਿੱਚ ਲੈਂਦੇ, ਚਲੋ ਗੁਰੂ ਦਾ ਬਚਨ ਕੱਲ ਨੂੰ ਮੰਨਾਂਗੇ, ਅੱਜ ਸੌਂ ਲਈਏ। ਦੂਜਾ ਬਚਨ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪ, ਆਖੀਦਾ ਵੀ ਇਹ ਕੰਮ ਔਖਾ ਹੈ। ਤੀਜਾ ਬਚਨ ਇਹ ਆ ਵੀ ਦਸਾਂ ਨੌਵਾਂ ਦੀ ਕਿਰਤ ਕਰ, ਫਿਰ ਇਹ ਵੀ ਬਚਨ ਮੰਨਣਾ ਔਖਾ। ਚੌਥਾ ਬਚਨ ਇਹ ਆ ਵੀ ਸਰਬੱਤ ਦਾ ਭਲਾ ਮੰਗ ਔਰ ਕਰ, ਫਿਰ ਆਖਦੇ ਵੀ ਇਹ ਵੀ ਔਖਾ ਹੈ। ਇਸ ਕਰਕੇ ਗੁਰੂ ਦਾ ਬਚਨ ਮੰਨਣਾ ਪੈਣਾ ਹੈ। ਪਰ ਜਿੰਨਾ ਚਿਰ ਗੁਰੂ ਦਾ ਬਚਨ ਨਹੀਂ ਨਾ ਮੰਨਦੇ, ਉਹਨਾਂ ਚਿਰ ਦੁਨੀਆ ਤਰਨੀ ਔਖੀ ਹੈ। ਜੀਵਤਿਆ ਇਵ ਮਰਿਐ ਰਾਮ। ਜੀਵਤਿਆਂ ਆਪਣੀਆਂ ਖਵਾਇਸ਼ਾਂ ਨੂੰ, ਇੱਛਾ ਨੂੰ, ਫੁਰਨਿਆਂ ਨੂੰ ਮਾਰ ਲੈਣਾ ਕਰ। ਜੀਵਤਿਆ ਮਰੀਏ ਭਵਜਲ ਤਰੀਆ। ਜੀਵਤ ਭਾਵ ਤੋਂ ਮਰੇਗਾ, ਸੰਸਾਰ ਤੋਂ ਤਰ ਜਾਵੇਂਗਾ। ਗੁਰਮੁਖ ਨਾਮ ਸਮਾਵਾ। ਗੁਰਮੁਖ ਉਸ ਦੇ ਨਾਮ ਦੇ ਵਿੱਚ ਸਮਾ ਜਾਂਦੇ ਹਨ। ਪੂਰਾ ਪੁਰਖ ਪਾਇਆ ਵਡ ਭਾਗੀ। ਵੱਡਿਆਂ ਭਾਗਾਂ ਵਾਲਿਆਂ ਨੇ ਪੂਰਨ ਪਰਮੇਸ਼ਰ ਨੂੰ ਪਾਇਆ ਹੈ। ਸਚ ਨਾਮ ਲਿਵ ਲਾਵੈ। ਜਿਨ੍ਹਾਂ ਦੀ ਸੱਚੇ ਨਾਮ ਦੇ ਵਿੱਚ ਲਿਵ ਲਾ ਦਿੱਤੀ ਹੈ। ਮਤ ਪ੍ਰਗਾਸ ਭਈ ਮਨ ਮਾਨਿਆ। ਰਾਮ ਨਾਮ ਵਡਿਆਈ। ਜਿਨ੍ਹਾਂ ਦਾ ਮਨ ਗੁਰੂ ਦੇ ਮੰਤਰ ਉੱਪਰ ਮੰਨ ਗਿਆ ਹੈ, ਗੁਰੂ ਦੇ ਉਪਦੇਸ਼ ਉੱਪਰ ਮਨ ਬਣਾਉਣਾ ਹੀ ਔਖਾ ਹੈ। ਹੁਣੇ ਹੀ ਆਪਾਂ ਸੁਖਦੇਵ ਦੀ ਸਾਖੀ ਸੁਣੀ ਹੈ। ਗੁਰੂ ਦਾ ਬਚਨ ਮੰਨਣਾ ਹੀ ਔਖਾ ਹੈ। ਜਿਨ੍ਹਾਂ ਦਾ ਮਨ ਮੰਨ ਗਿਆ ਨਾ ਵੀ ਗੁਰੂ ਦਾ ਬਚਨ ਮੰਨਣਾ ਹੈ, ਉਹ ਫਿਰ ਰਾਮ ਨਾਮ ਦੀ ਵਡਿਆਈ ਨੂੰ ਜਪ ਕੇ ਉਹਨਾਂ ਦੀ ਫਿਰ ਮਤ ਆਤਮ ਵਿਸ਼ੈਣੀ ਹੋ ਜਾਂਦੀ ਹੈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ। ਜੋਤੀ ਜੋਤ ਮਿਲਾਈ। ਜਿਹੜੇ ਸ਼ਬਦ ਨਾਲ ਮਿਲੇ ਨੇ ਉਹ ਪਰਮਾਤਮਾ ਨੂੰ ਪਾ ਲੈਂਦੇ। ਉਹ ਜੋਤੀ ਰੂਪ ਪਰਮਾਤਮਾ ਉਹਨਾਂ ਗੁਰਮੁਖਾਂ ਦੀ ਜੋਤ ਆਪਣੇ ਨਾਲ ਮਿਲਾ ਲੈਂਦਾ ਹੈ। ਇੱਕ ਮਿਕ ਹੋ ਜਾਂਦੇ। ਐਸੀ ਪ੍ਰਾਪਤੀ ਹੋ ਜਾਂਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲ। ਮਤ ਪ੍ਰਗਾਸ ਭਈ ਮਨ ਮਾਨਿਆ। ਰਾਮ ਨਾਮ ਵਡਿਆਈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।
ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡ ਭਾਗੀ ਹੋ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ